किसान अकेडमी के ऑनलाइन प्लेटफॉर्म के ऊपर ਤੁਹਾਡਾ ਸਵਾਗਤ ਹੈ। ਅਸੀਂ ਅੱਜ ਦੀ ਕਲਾਸ ਦੇ ਵਿੱਚ ਪੋਲਿਟੀ ਦੀ ਸੀਰੀਜ਼ ਨੂੰ ਸਟਾਰਟ ਕਰ ਰਹੇ ਹਾਂ, 6 ਦੀ ਸੀਰੀਜ਼ ਨੂੰ ਸਟਾਰਟ ਕਰ ਰਹੇ ਹਾਂ, ਜਿਹਦੇ ਵਿੱਚ ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਹੋਣਗੇ ਬੇਸ਼ੱਕ ਉਹ ਪੋਲੀਟੀਕਲ ਸਾਇੰਸ ਦਾ ਤੁਹਾਡਾ ਜਿਹੜਾ ਹੈਗਾ ਉਹ ਲੈਕਚਰਰ ਦੀ ਪੋਸਟ ਆ ਜਾਂ ਸੋਸ਼ਲ ਸਟੱਡੀ ਮਾਸਟਰ ਕੇਡਰ ਦੇ ਨਾਲ ਰਿਲੇਟਡ ਆ ਜਾਂ ਕਿਸੇ ਵੀ ਫੀਲਡ ਦੇ ਵਿੱਚ ਜਿੱਥੇ ਤੁਹਾਨੂੰ ਜੀਕੇ ਆ ਰਹੀ ਹੈ ਉਹਨਾਂ ਸਾਰਿਆਂ ਦੇ ਲਈ ਮੇਰੀਆਂ ਕਲਾਸਿਸ ਬਹੁਤ ਜ਼ਿਆਦਾ ਇੰਪੋਰਟੈਂਟ ਹੋਣਗੀਆਂ। ਤਾਂ ਅਗੇਨ ਬੇਟਾ ਜਿਹੜੇ ਬੱਚੇ ਮੇਰੀਆਂ ਇਹਨਾਂ ਕਲਾਸਿਸ ਨੂੰ ਦੇਖ ਰਹੇ ਨੇ ਉਹ ਆਪਣੀਆਂ ਨੋਟਬੁੱਕਸ ਕੋਲ ਜ਼ਰੂਰ ਰੱਖਿਆ ਕਰੋ, ਕਿਉਂਕਿ ਮੈਂ ਕੀ ਪੁਆਇੰਟਸ ਜਿਹੜੇ ਹੈਗੇ ਨੇ ਇਹਨਾਂ MCQs ਦੇ ਰਾਹੀਂ ਤੁਹਾਨੂੰ ਪ੍ਰੋਵਾਈਡ ਕਰਵਾਉਣਾ ਜਿਹੜਾ ਮੇਰਾ ਮੇਨ ਮੋਟਿਵ ਹੁੰਦਾ ਇਹਨਾਂ ਕਲਾਸਿਸ ਦੇ ਵਿੱਚ। ਤੇ ਜੇ ਤੁਸੀਂ ਕੋਰਸ ਪਰਚੇਜ਼ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਿਸਾਨ ਅਕੈਡਮੀ ਦੀ ਐਪ ਨੂੰ ਡਾਊਨਲੋਡ ਕਰਕੇ ਕੋਰਸ ਨੂੰ ਪਰਚੇਜ਼ ਕਰ ਸਕਦੇ ਹੋ, ਠੀਕ ਹੈ ਜੀ। ਤੇ ਨਾਲ ਹੀ ਜੇਕਰ ਤੁਸੀਂ ਕੋਰਸ ਦੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤਾਂ ਤੁਸੀਂ 9988001121 ਦੇ ਉੱਪਰ ਕਾਲ ਜਾਂ ਮੈਸੇਜ ਕਰਕੇ ਕੋਰਸ ਦੀ ਪੂਰੀ ਇਨਫੋਰਮੇਸ਼ਨ ਲੈ ਸਕਦੇ ਹੋ, ਠੀਕ ਹੈ ਜੀ। ਤਾਂ ਮੈਂ ਸਟਾਰਟ ਕਰਦੀ ਹਾਂ ਆਪਣੀ ਅੱਜ ਦੀ MCQ ਸੀਰੀਜ਼। ਤੁਹਾਨੂੰ ਜਿਹੜੀਆਂ ਰੈਗੂਲਰ ਹੈਗੀਆਂ ਉਹ ਹਿਸਟਰੀ ਤੇ ਪੋਲਿਟੀ ਦੋਨਾਂ ਦੀਆਂ ਜਿਹੜੀਆਂ ਸੀਰੀਜ਼ ਨੇ ਮੇਰੇ ਵੱਲੋਂ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ, ਫਰਦਰ ਜਿਹੜੀਆਂ ਉਹ ਕੰਟੀਨਿਊ ਮਿਲਦੀਆਂ ਰਹਿਣਗੀਆਂ। ਇਸ ਤੋਂ ਬਿਨਾਂ ਕਾਫੀ ਜਿਹੜੇ ਟੌਪਿਕ ਵਾਈਜ਼ ਹੈਗੀਆਂ ਨੇ ਸੀਰੀਜ਼ ਉਹ ਵੀ ਆਪਣੇ ਵੱਲੋਂ ਅਪਲੋਡ ਹੋ ਚੁੱਕੀਆਂ, ਤੁਸੀਂ YouTube ਤੇ ਕਿਸਾਨ ਅਕੈਡਮੀ ਦੇ ਚੈਨਲ ਦੇ ਉੱਪਰ ਸਾਰੀਆਂ ਦੇਖ ਸਕਦੇ ਹੋ। ਤਾਂ ਮੈਂ ਸਟਾਰਟ ਕਰਦੀ ਹਾਂ ਜੀ। ਆਪਣੇ ਕੋਲ ਇੱਥੇ ਫਰਸਟ ਕੁਐਸਚਨ ਹੈ, ਸੰਵਿਧਾਨ ਦੇ ਵਿੱਚ ਭਾਰਤੀ ਲੋਕਤੰਤਰ ਦਾ ਮੁੱਲ ਕਿਸ ਵਿੱਚ ਦੱਸਿਆ ਗਿਆ, ਠੀਕ ਹੈ। ਤਾਂ ਮਤਲਬ ਕਿ ਜਿਹੜਾ ਸਾਡਾ ਕਨਸਟੀਟਿਊਸ਼ਨ ਹੈ, ਠੀਕ ਹੈ, ਕਨਸਟੀਟਿਊਸ਼ਨ ਆ, ਸੰਵਿਧਾਨ ਆ, ਉਹਦੇ ਚ ਜਿਹੜੀ ਇੰਡੀਅਨ ਡੈਮੋਕ੍ਰੇਸੀ ਹੈਗੀ ਆ, ਭਾਰਤੀ ਲੋਕਤੰਤਰ ਆ, ਉਹਦੀਆਂ ਵੈਲਿਊਜ਼, ਠੀਕ ਹੈ, ਵੈਲਿਊਜ਼ ਮਤਲਬ ਕਿ ਭਾਰਤੀ ਲੋਕਤੰਤਰ ਦੀਆਂ ਜਿਹੜੀਆਂ ਵੈਲਿਊਜ਼ ਨੇ ਕਿਸ ਤਰ੍ਹਾਂ ਦਾ ਹੈ ਭਾਰਤੀ ਲੋਕਤੰਤਰ ਇਹ ਦੱਸਿਆ ਗਿਆ। ਤਾਂ ਸਾਡੇ ਕੋਲ ਇੱਥੇ ਆਨਸਰ ਹੋਊਗਾ ਬੇਟਾ ਜੀ ਪ੍ਰੀਐਮਬਲ, ਯਾਨੀ ਕਿ ਪ੍ਰਸਤਾਵਨਾ, ਠੀਕ ਹੈ ਜੀ। ਪ੍ਰਸਤਾਵਨਾ ਦੇ ਵਿੱਚ ਹੀ ਜਿਹੜਾ ਸਾਡੇ ਕੋਲ ਜਿੰਨੀਆਂ ਵੀ ਵੈਲਿਊਜ਼ ਨੇ ਕਿ ਸਾਡਾ ਜਿਹੜਾ ਹੈਗਾ ਸਾਡਾ ਕੀ ਸਟਰਕਚਰ ਹੋਊਗਾ, ਕਿਵੇਂ ਦਾ ਸਾਡਾ ਕਨਸਟੀਟਿਊਸ਼ਨ ਹੋਊਗਾ, ਕਿਵੇਂ ਦਾ ਸਾਡਾ ਦੇਸ਼ ਹੈ, ਠੀਕ ਹੈ, ਜਿਹੜਾ ਹੈਗਾ ਕਿੰਨਾਂ ਨੂੰ ਸਾਡਾ ਜਿਹੜਾ ਹੈਗਾ ਰੀਪ੍ਰੈਜ਼ੈਂਟ ਕਰਦਾ ਹੈਗਾ ਕਨਸਟੀਟਿਊਸ਼ਨ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਕ ਹੈਗੀਆਂ ਨੇ ਕਿ ਇੰਡੈਕਸ ਹੈਗਾ ਸਾਡਾ ਪੂਰੇ ਦਾ ਪੂਰਾ, ਉਹ ਕੀ ਹੈ ਜੀ ਪ੍ਰਸਤਾਵਨਾ, ਠੀਕ ਹੈ ਜੀ। ਤਾਂ ਬਹੁਤ ਇੰਪੋਰਟੈਂਟ ਹੈ ਇਹ ਕਿ ਮੁੱਲ ਜਿਹੜੇ ਹੈ ਵੈਲਿਊਜ਼ ਨੇ ਉਹ ਕਿਹਦੇ ਚ ਦੱਸੀਆਂ ਗਈਆਂ ਨੇ, ਪ੍ਰਸਤਾਵਨਾ ਦੇ ਵਿੱਚ। ਇੱਥੇ ਮੈਂ ਜਿੰਨੀਆਂ ਵੀ ਇੰਪੋਰਟੈਂਟ ਪੁਆਇੰਟਸ ਹੋਣਗੇ ਪ੍ਰਸਤਾਵਨਾ ਦੇ ਨਾਲ ਰਿਲੇਟਡ ਉਹ ਸਾਰੇ ਹੀ ਤੁਹਾਨੂੰ ਡਿਫਾਈਨ ਕਰੂੰਗੀ 1 ਬਾਈ 1, ਠੀਕ ਹੈ ਜੀ। ਤਾਂ ਪ੍ਰਸਤਾਵਨਾ ਦੇ ਨਾਲ ਰਿਲੇਟਡ ਬੇਟਾ ਸਭ ਤੋਂ ਪਹਿਲਾਂ ਤਾਂ ਜਿਹੜੀ ਪ੍ਰਸਤਾਵਨਾ ਹੈਗੀ ਆ ਉਹਦੇ ਲਈ ਇੱਕ ਸ਼ਬਦ ਯੂਜ਼ ਕੀਤਾ ਜਾਂਦਾ ID ਕਾਰਡ, ਠੀਕ ਹੈ। ID ਕਾਰਡ ਮਤਲਬ ਕਿਸੇ ਪਰਸਨ ਨੇ ਜਿਹੜਾ ਸੰਵਿਧਾਨ ਹੈ ਉਹਦਾ ID ਕਾਰਡ ਕਿਹਾ ਕਿਹਨੂੰ, ਪ੍ਰਸਤਾਵਨਾ ਨੂੰ। ਤਾਂ ਆਪਾਂ ਪੁੱਛ ਸਕਦੇ ਆ ਕਿ ਪ੍ਰਸਤਾਵਨਾ ਨੂੰ ਸੰਵਿਧਾਨ ਦਾ ID ਕਾਰਡ ਕਿਹਨੇ ਕਿਹਾ, ਤਾਂ ਤੁਹਾਡਾ ਆਨਸਰ ਹੋਊਗਾ ਜੀ NA ਪਾਲਕੀਵਾਲਾ, ਠੀਕ ਹੈ ਜੀ, NA ਪਾਲਕੀਵਾਲਾ, ਕਲੀਅਰ। ਦੈਨ ਬੇਟਾ ਜੇ ਪੁੱਛ ਲੈਂਦੇ ਆ ਕਿ ਸੋਲ ਕਿਹਨੇ ਕਿਹਾ, ਆਤਮਾ, ਯਾਨੀ ਕਿ ਸੰਵਿਧਾਨ ਦੀ ਆਤਮਾ ਹੈਗੀ ਆ ਸਾਡੀ ਪ੍ਰਸਤਾਵਨਾ, ਸੰਵਿਧਾਨ ਦੀ ਆਤਮਾ। ਤਾਂ ਇਹ ਕਿਹਨੇ ਕਿਹਾ ਜੀ, ਠਾਕੁਰ ਦਾਸ ਭਾਰਗਵ, ਠੀਕ ਹੈ ਜੀ, ਠਾਕੁਰ ਦਾਸ ਭਾਰਗਵ, ਕਲੀਅਰ ਬੇਟਾ। ਤਾਂ ਇਹ ਦੋ ਪੁਆਇੰਟ ਧਿਆਨ ਦੇ ਵਿੱਚ ਰੱਖਣੇ ਨੇ। ਇੱਕ ਹੋਰ ਪੁੱਛ ਲਿਆ ਜਾਂਦਾ ਕਈ ਵਾਰ ਹੋਰੋਸਕੋਪ, ਕਿ ਹੋਰੋਸਕੋਪ ਕਿਹਨੇ ਕਿਹਾ, ਠੀਕ ਹੈ। ਤਾਂ ਹੋਰੋਸਕੋਪ ਕਿਹਨੇ ਕਿਹਾ ਸੀਗਾ ਜੀ, KM ਮੁਨਸ਼ੀ, KM ਮੁਨਸ਼ੀ, ਇਹ ਪੁੱਛ ਲਏ ਜਾਂਦੇ ਨੇ, ਠੀਕ ਹੈ। ਇਸ ਤੋਂ ਬਿਨਾ ਕੀ ਸਟੋਨ ਵੀ ਆਖਿਆ ਸੀਗਾ, ਕੀ ਸਟੋਨ ਕਿੰਨਾ ਨੇ ਆਖਿਆ, ਬਾਰਕਰ। ਮੈਂ ਜਿੰਨੇ ਇੱਕ ਇੰਪੋਰਟੈਂਟ ਹੋਣਗੇ ਉਹ ਸਾਰੇ ਤੁਹਾਨੂੰ ਮੈਂਸ਼ਨ ਕਰ ਦਿੰਦੀ। ਕੀ ਸਟੋਨ ਆਖਿਆ ਸੀਗਾ ਜੀ, ਬਾਰਕਰ, ਕਲੀਅਰ। ਤਾਂ ਪਹਿਲਾਂ ਤਾਂ ਤੁਸੀਂ ਇਹ ਸਾਰੇ ਨਾਮ ਯਾਦ ਰੱਖਣੇ ਆ ਕਿ ਸੰਵਿਧਾਨ ਦਾ ID ਕਾਰਡ ਹੈ ਪ੍ਰਸਤਾਵਨਾ, NA ਪਾਲਕੀਵਾਲਾ ਨੇ ਕਿਹਾ, ਸੰਵਿਧਾਨ ਦੀ ਆਤਮਾ ਹੈ ਪ੍ਰਸਤਾਵਨਾ, ਠਾਕੁਰ ਦਾਸ ਭਾਰਗਵ ਨੇ ਕਿਹਾ, ਹੋਰੋਸਕੋਪ ਹੈ ਸਾਡੇ ਸੰਵਿਧਾਨ ਦੀ, ਇਹ ਕਿਹਨੇ ਕਿਹਾ, KM ਮੁਨਸ਼ੀ ਨੇ ਕਿਹਾ, ਕੀ ਸਟੋਨ ਆ ਸਾਡੇ ਸੰਵਿਧਾਨ ਦਾ, ਇਹ ਕਿਹਨੇ ਕਿਹਾ, ਬਾਰਕਰ ਨੇ ਕਿਹਾ, ਠੀਕ ਹੈ ਜੀ, ਕਲੀਅਰ। ਤਾਂ ਜਿਹੜੀ ਸਾਡੀ ਪ੍ਰਸਤਾਵਨਾ ਸੀਗੀ ਬੇਸਿਕਲੀ ਜਦੋਂ ਥਰਡ ਮੀਟਿੰਗ ਹੁੰਦੀ ਹੈ ਨਾ, ਤੀਜੀ ਮੀਟਿੰਗ ਹੁੰਦੀ ਆ ਸੰਵਿਧਾਨ ਸਭਾ ਦੀ, ਕਿਉਂਕਿ ਜਿਹੜੀ ਫਰਸਟ ਮੀਟਿੰਗ ਸੀ ਉਹ ਕਦੋਂ ਹੋਈ ਬੇਟਾ, ਮੈਂ ਸਭ ਕੁਝ ਕਰਵਾ ਚੁੱਕੀ ਹਾਂ, 9 ਦਸੰਬਰ 1946, ਠੀਕ ਹੈ। ਸੈਕਿੰਡ ਕਦੋਂ ਹੁੰਦੀ ਹੈ ਜੀ, 11 ਦਸੰਬਰ 1946 ਨੂੰ। ਤੇ ਤੀਜੀ ਮੀਟਿੰਗ ਕਦੋਂ ਹੁੰਦੀ ਹੈ ਜੀ, 13 ਦਸੰਬਰ 1946। ਤਾਂ 13 ਦਸੰਬਰ 1946 ਨੂੰ ਜਿਹੜੇ ਜਵਾਹਰ ਲਾਲ ਨਹਿਰੂ ਜੀ ਸੀ, 13, ਠੀਕ ਹੈ, ਤੇ 13 ਦਸੰਬਰ 1946 ਨੂੰ ਜਿਹੜਾ ਸੀਗਾ ਜਵਾਹਰ ਲਾਲ ਨਹਿਰੂ ਜੀ ਨੇ ਇੱਕ ਪ੍ਰਸਤਾਵ, ਆਬਜੈਕਟਿਵ, ਉਦੇਸ਼ ਪ੍ਰਸਤਾਵ, ਜਾਂ ਆਪਾਂ ਇੰਗਲਿਸ਼ ਦੇ ਵਿੱਚ ਆਖ ਸਕਦੇ ਹਾਂ ਆਬਜੈਕਟਿਵ ਰੈਜ਼ੋਲੂਸ਼ਨ, ਠੀਕ ਹੈ, ਆਬਜੈਕਟਿਵ ਰੈਜ਼ੋਲੂਸ਼ਨ, ਇੱਕ ਪ੍ਰਸਤਾਵ ਸੀਗਾ ਜਿਹੜਾ ਉਹ ਸੰਵਿਧਾਨ ਸਭਾ ਦੇ ਸਾਹਮਣੇ ਪੇਸ਼ ਕੀਤਾ ਸੀ, ਠੀਕ ਹੈ, ਸੰਵਿਧਾਨ ਸਭਾ ਦੇ ਸਾਹਮਣੇ ਰੱਖਿਆ ਸੀਗਾ। ਤੇ ਇਸ ਜਿਹੜਾ ਇਹ ਰੈਜ਼ੋਲੂਸ਼ਨ ਸੀਗਾ ਇਹਨੂੰ ਅਡਾਪਟ ਕਰ ਲਿਆ ਸੀ ਸੰਵਿਧਾਨ ਸਭਾ ਨੇ, ਕਦੋਂ, 22 ਜਨਵਰੀ
1947, ठीक है जी। 22 जनवरी 1947 ਨੂੰ ਅਡਾਪਟ ਕਰ ਲਿਆ ਸੀਗਾ, ਠੀਕ ਹੈ। ਕਨਸਟੀਟਿਊਸ਼ਨ ਅਸੈਂਬਲੀ ਨੇ ਜਾਨੀ ਸੰਵਿਧਾਨ ਸਭਾ ਨੇ, ਤੇ ਇਹੀ ਸਾਡਾ ਜਿਹੜਾ ਆਬਜੈਕਟਿਵ ਰੈਜੂਲੇਸ਼ਨ ਸੀਗਾ, ਅੱਗੇ ਜਾ ਕੇ ਕੀ ਬਣ ਗਿਆ ਜੀ, ਸਾਡੀ ਪ੍ਰੀਐਮਬਲ ਜਾਨੀ ਕਿ ਸਾਡੀ ਪ੍ਰਸਤਾਵਨਾ, ਠੀਕ ਹੈ ਜੀ। ਇੱਕ ਪੁਆਇੰਟ ਤੁਸੀਂ ਇੱਥੇ ਹੋਰ ਇੰਪੋਰਟੈਂਟ ਧਿਆਨ ਰੱਖਣਾ ਕਿ ਜਿਹੜੀ ਪ੍ਰਸਤਾਵਨਾ ਦਾ ਆਈਡੀਆ ਸੀ, ਇਹ ਸੀ ਸੰਵਿਧਾਨ ਦੇ ਵਿੱਚ ਅਸੀਂ ਬਹੁਤ ਕੁਝ ਸੰਵਿਧਾਨ ਦੇ ਵਿੱਚ ਬੋਰੋ ਕੀਤਾ ਵੱਖ-ਵੱਖ ਦੇਸ਼ਾਂ ਤੋਂ, ਹੈ ਨਾ। ਤਾਂ ਅਸੀਂ ਆਈਡੀਆ ਕਿੱਥੋਂ ਲਿਆ ਸੀਗਾ ਕਿ ਸਾਡੇ ਸੰਵਿਧਾਨ ਦੀ ਇੱਕ ਪ੍ਰਸਤਾਵਨਾ ਹੋਵੇ, ਅਸੀਂ ਲਿਆ USA ਤੋਂ। ਬਟ ਜੇ ਪੁੱਛਣ ਜਿਹੜੀ ਪ੍ਰਸਤਾਵਨਾ ਹੈ, ਠੀਕ ਹੈ, ਜਿਹੜੀ ਪ੍ਰੀਐਮਬਲ ਹੈ, ਉਹਦੀ ਲੈਂਗੁਏਜ, ਉਹਦੀ ਭਾਸ਼ਾ ਅਸੀਂ ਕਿੱਥੋਂ ਲਈ ਹੈਗੀ ਹੈ, ਤਾਂ ਬੇਟਾ ਭਾਸ਼ਾ ਤੇ ਤੁਹਾਡਾ ਆਨਸਰ ਹੋ ਜਾਊਗਾ ਆਸਟ੍ਰੇਲੀਆ, ਠੀਕ ਹੈ, ਆਸਟ੍ਰੇਲੀਆ। ਕਲੀਅਰ? ਤੇ ਇੰਨੇ ਪੁਆਇੰਟ ਤੁਸੀਂ ਇੱਥੇ ਇੱਕ ਵਾਰ ਧਿਆਨ ਦੇ ਵਿੱਚ ਰੱਖੋ। ਬਾਕੀ ਇਹਨਾਂ ਰਿਗਾਰਡਿੰਗ ਜਿਹੜੇ ਪੁਆਇੰਟਸ ਹੋਣਗੇ ਮੈਂ ਅੱਗੇ ਤੁਹਾਨੂੰ ਮੈਂਸ਼ਨ ਕਰਦੀ ਰਹੂੰਗੀ। then again ਤਾਂ ਤੁਹਾਡਾ ਆਨਸਰ ਇੱਥੇ ਹੋ ਜਾਊਗਾ ਬੇਟਾ ਪ੍ਰਸਤਾਵਨਾ। ਬਟ ਜਿਹੜੀਆਂ ਬਾਕੀ ਆਪਸ਼ਨਸ ਨੇ ਮੈਂ ਕਲੀਅਰ ਕਰਦਾ। ਭਾਗ ਪਹਿਲਾ ਜਿਹੜਾ ਸਾਡਾ ਹੈ, ਮਤਲਬ ਪਾਰਟ ਫਰਸਟ ਹੈਗਾ ਸਾਡੇ ਕਨਸਟੀਟਿਊਸ਼ਨ ਦਾ, ਜਿਹਦੇ ਚ ਆਰਟੀਕਲ ਦਿੱਤਾ ਹੋਇਆ ਸਾਡੇ ਕੋਲ 1 ਤੋਂ ਲੈ ਕੇ 4 ਤੱਕ ਜਿਹੜੇ ਅਨੁਛੇਦ ਨੇ, ਆਰਟੀਕਲ ਦਿੱਤੇ ਗਏ ਨੇ, ਤੇ ਇਹ ਕਿਹਦੇ ਨਾਲ ਸੰਬੰਧਿਤ ਹੈਗੀ, ਯੂਨੀਅਨ ਐਂਡ ਟੈਰੀਟਰੀਜ਼, ਠੀਕ ਹੈ, ਯੂਨੀਅਨ ਐਂਡ ਟੈਰੀਟਰੀਜ਼। ਸਾਡੀਆਂ ਕਿੰਨੀਆਂ ਮੌਜੂਦਾ ਸਟੇਟਾਂ ਨੇ, ਠੀਕ ਹੈ, ਤੇ ਕਿੰਨੀਆਂ ਯੂਨੀਅਨ ਟੈਰੀਟਰੀਜ਼ ਨੇ, ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸੋ। ਭਾਗ ਦੂਜਾ ਜਿਹੜਾ ਹੈਗਾ ਬੇਟਾ ਸਾਡਾ ਪਾਰਟ 2, 5 ਤੋਂ ਲੈ ਕੇ 11 ਤੱਕ ਸਾਡੇ ਆਰਟੀਕਲ ਇਹਦੇ ਵਿੱਚ ਦਰਜ ਕੀਤੇ ਗਏ ਨੇ, ਠੀਕ ਹੈ, ਤੇ ਇਹ ਕਿਹਦੇ ਨਾਲ ਰਿਲੇਟਡ ਹੈ ਜੀ, ਸਾਡੀ ਸਿਟੀਜ਼ਨਸ਼ਿਪ ਦੇ ਨਾਲ, ਨਾਗਰਿਕਤਾ। ਪੂਰਾ ਡਿਫਾਈਨ ਕਰ ਚੁੱਕੀ ਹਾਂ ਮੈਂ ਸਾਰਾ ਟੌਪਿਕ ਤੁਹਾਨੂੰ, ਠੀਕ ਹੈ ਜੀ। ਤੇ ਭਾਗ ਤੀਜਾ ਸਾਡਾ ਕਿਹਦੇ ਨਾਲ ਰਿਲੇਟਡ ਹੈਗਾ ਬੇਟਾ, ਆਰਟੀਕਲ 12 ਤੋਂ ਲੈ ਕੇ ਆਰਟੀਕਲ 35 ਤੱਕ ਸਾਡੇ ਕੋਲ ਕੀ ਨੇ ਜੀ, फंडामेंटल राइट्स यानी कि मौलिक अधिकार, ठीक है, फंडामेंटल राइट्स यानी कि मौलिक अधिकार, ठीक है जी। नेक्स्ट क्वेश्चन बेटा अपना, किहड़े शब्द संविधान की प्रस्तावना विच दर्ज हैं, ठीक है जी। किहड़े शब्द इन्हां दे विचों जिहड़े संविधान की प्रस्तावना दे विच दर्ज हैगे, वैसे ऑप्शन के हिसाब नाल तुसीं देख सकते हो ना, बट इत्थे कलैक्टिव एक ऑप्शन दित्ती गई हैगी है, जिहड़ी अपने कोल ऑप्शन हैगी है थर्ड, ठीक है जी, थर्ड। तो ਉਹਦੇ ਚ ਸਾਰੇ ਸ਼ਬਦ ਦਿੱਤੇ ਹੋਏ ਨੇ, ਜਿਵੇਂ ਇਹਨਾਂ ਦੇ ਵਿੱਚ ਕੋਈ ਸਕਿਪ ਆ, ਇਹਨਾਂ ਚ ਸਕਿਪ ਆ, ਬਟ ਥਰਡ ਦੇ ਵਿੱਚ ਸਾਰੇ ਦਿੱਤੇ ਹੋਏ ਨੇ, ਤਾਂ ਉਹ ਤੁਹਾਡਾ ਆਨਸਰ ਆ। ਅਸਲ ਦੇ ਵਿੱਚ ਜਿਹੜਾ ਸਾਡਾ ਸੰਵਿਧਾਨ ਹੈਗਾ ਉਹ ਸ਼ੁਰੂ ਕਿੱਥੋਂ ਹੁੰਦਾ, ਵੀ ਆਰ ਦਾ ਪੀਪਲ ਆਫ ਇੰਡੀਆ, ਠੀਕ ਹੈ, ਅਸੀਂ ਭਾਰਤ ਦੇ ਲੋਕ, ਹੈਵਿੰਗ ਸੈਰੇਮਨੀ resolved to constitution India into a sworn socialist secular democratic, ठीक है, republic, ठीक है, and secure to all its citizens, ठीक है। नीचे काफी कुछ दिता है, सारा कुछ ਤੁਹਾਡਾ ਹੋ ਚੁੱਕਾ। ਮੇਰੀ ਇੱਕ ਕਲਾਸ ਫ੍ਰੀ ਆਫ ਕਾਸਟ ਵੀ YouTube ਦੇ ਉੱਪਰ ਪਈ ਹੋਈ ਹੈ ਇਹਦੇ ਨਾਲ ਰਿਲੇਟਡ, ਤਾਂ ਤੁਸੀਂ ਉਹਨੂੰ ਚੈੱਕ ਅਪ ਕਰ ਸਕਦੇ ਹੋ, ਕਨਸਟੀਟਿਊਸ਼ਨ ਦੇ ਨਾਲ ਰਿਲੇਟਡ ਉਹਦੇ ਵਿੱਚ ਕਰਵਾਇਆ ਹੋਇਆ ਸ਼ਾਇਦ ਇਹ ਹੈ, ਪਰ ਚੈੱਕ ਕਰ ਲਿਓ, ਜਾਂ ਫਿਰ ਕਿਸੇ ਅਲੱਗ ਕਲਾਸ ਦੇ ਵਿੱਚ ਹੋਊਗਾ, ਤੁਸੀਂ YouTube ਦੇ ਉੱਪਰ ਚੈੱਕ ਕਰ ਸਕਦੇ ਹੋ। ਤਾਂ ਦੇਖੋ ਜਿਹੜੇ ਸਾਡੇ ਕੋਲ ਸਵਰਜਨ, ਸੋਸ਼ਲਿਸਟ, ਸੈਕੂਲਰ, ਡੈਮੋਕ੍ਰੈਟਿਕ, ਰਿਪਬਲਿਕ, ਇਹ ਸਾਰੇ ਸ਼ਬਦ ਦਿੱਤੇ ਹੈਗੇ ਨੇ ਸਾਡੇ ਸੰਵਿਧਾਨ ਦੇ ਵਿੱਚ ਦਰਜ ਨੇ, ਤੇ ਇਸੇ ਸੀਰੀਜ਼ ਦੇ ਵਿੱਚ ਦਰਜ ਨੇ, ਠੀਕ ਹੈ। ਤਾਂ ਤੁਸੀਂ ਇਹਨੂੰ ਯਾਦ ਰੱਖ ਲਿਓ, ट्रिपल एस डॉक्टर ER, ठीक है, डॉक्टर यानी कि ट्रिपल एस यानी कि स्वर्जन, सोशलिस्ट, सैकुलर, ठीक है, डेमोक्रेटिक, रिपब्लिक, ठीक है। तो ये ਜਿਹੜੇ ਸਾਰੇ ਸ਼ਬਦ ਹੈਗੇ ਨੇ ਸਾਡੇ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ ਸ਼ਾਮਲ ਨੇ, ਠੀਕ ਹੈ ਜੀ, ਤੇ ਪੰਜੋ ਸ਼ਬਦ ਸ਼ਾਮਲ ਨੇ, ਠੀਕ ਹੈ ਜੀ। ਤੇ ਇੱਥੇ ਬੇਟਾ ਤੁਸੀਂ ਥੋੜਾ ਜਿਹਾ ਧਿਆਨ ਦੇ ਵਿੱਚ ਰੱਖੋ ਕਿ ਇਹਨਾਂ ਚੋਂ ਕਿਹੜੇ ਸ਼ਬਦ ਮੌਲਿਕ ਤੌਰ ਤੇ ਐਡ ਸੀਗੇ, ਕਿਹੜੇ ਸ਼ਬਦ ਬਾਅਦ ਦੇ ਵਿੱਚ ਐਡ ਕੀਤੇ ਗਏ ਆ। ਤਾਂ ਸਾਡੇ ਕੋਲ ਜਿਹੜਾ ਸਵਰਜਨ ਸ਼ਬਦ ਸੀਗਾ, ਡੈਮੋਕ੍ਰੈਟਿਕ ਸ਼ਬਦ ਸੀਗਾ, ਤੇ ਰਿਪਬਲਿਕ ਸ਼ਬਦ ਸੀਗਾ, ਹਨਾ, ਇਹ ਸਾਰੇ ਸ਼ਬਦ ਜਿਹੜੇ ਸਾਡੇ ਕੋਲ ਹੈਗੇ ਨੇ ਇਹ ਆਲਰੇਡੀ ਐਡ ਸੀਗੇ ਜਦੋਂ ਸਾਡਾ ਸੰਵਿਧਾਨ 1950 ਈਸਵੀ ਦੇ ਵਿੱਚ ਲਾਗੂ ਹੁੰਦਾ। ਤਾਂ 1950 ਦੇ ਵਿੱਚ ਜਦੋਂ ਸਾਡਾ ਸੰਵਿਧਾਨ ਲਾਗੂ ਹੋਇਆ ਤਾਂ ਇਹ ਚ ਸਵਰਜਨ, ਡੈਮੋਕ੍ਰੈਟਿਕ, ਰਿਪਬਲਿਕ ਇਹ ਸਾਰੇ ਸ਼ਬਦ ਸ਼ਾਮਲ ਸੀ। ਬਟ ਜਿਹੜਾ ਸੋਸ਼ਲਿਸਟ ਤੇ ਸੈਕੂਲਰ ਸ਼ਬਦ ਸੀਗੇ, ਦੋਨੋਂ ਜਿਹੜੇ ਹੈਗੇ ਨੇ ਸਾਡੇ ਕੋਲ 42ਵੀਂ ਸੋਧ ਦੇ ਰਾਹੀਂ, 42ਵੀਂ ਸੋਧ ਕਦੋਂ ਹੋਈ, 1976 ਈਸਵੀ ਦੇ ਵਿੱਚ, ਜਿਹਨੂੰ ਮਿੰਨੀ ਕਨਸਟੀਟਿਊਸ਼ਨ ਆਖਦੇ ਆ, ਠੀਕ ਹੈ, ਉਹਦੇ ਰਾਹੀਂ ਹੀ ਸੰਵਿਧਾਨ ਦੇ ਵਿੱਚ ਸਾਡੇ ਜਿਹੜੇ ਹੈਗੇ ਨੇ ਦਰਜ ਕੀਤੇ ਗਏ ਆ, ਯਾਨੀ ਕਿ ਸਮਾਜਵਾਦ, ਠੀਕ ਹੈ, ਸਮਾਜਵਾਦ ਦੀ ਵਿਚਾਰਧਾਰਾ ਤੇ ਇਹਦਾ ਅਰਥ ਹੈਗਾ ਇਕੁਅਲ ਜਿਹੜੀਆਂ ਹੈਗੀਆਂ ਪਾਵਰਸ ਦੇ ਨਾਲ ਰਿਲੇਟ ਕਰਦਾ ਹੈਗਾ, ਸੈਕੂਲਰ ਅਗਾਈਂ ਧਰਮ ਨਿਰਪੱਖ, ਠੀਕ ਹੈ। ਤਾਂ ਇਹ ਜਿਹੜੇ ਦੋਨੋਂ ਸ਼ਬਦ ਹੈਗੇ ਨੇ, ਤਿੰਨ ਸ਼ਬਦ ਸੀਗੇ, ਸੈਕੂਲਰ, ਸੋਸ਼ਲਿਸਟ ਤੇ ਇੰਟੀਗ੍ਰਿਟੀ, ਇਹ ਤਿੰਨੋਂ ਜਿਹੜੇ ਹੈਗੇ ਨੇ ਇੱਕ ਸੋਧ ਦੇ ਰਾਹੀਂ, 42ਵੀਂ ਸੋਧ ਦੇ ਰਾਹੀਂ ਸੰਵਿਧਾਨ ਦੇ ਵਿੱਚ ਐਡ ਕੀਤੇ ਗਏ ਸੀ। ਅੱਗੇ ਜਾ ਕੇ ਮੈਂ ਕਰਵਾਉਂਗੀ, ਬਟ ਇੱਥੇ ਇਸ ਲਾਈਨ ਦੇ ਜਿਹੜੇ ਦੋ ਸ਼ਬਦ ਸੋਸ਼ਲਿਸਟ ਤੇ ਸੈਕੂਲਰ ਜਿਹੜੇ ਹੈਗੇ ਨੇ 42ਵੀਂ ਸੋਧ ਦੇ ਰਾਹੀਂ ਸੰਵਿਧਾਨ ਦੇ ਵਿੱਚ ਐਡ ਕੀਤੇ ਗਏ ਸੀ। ਨੈਕਸਟ ਕੁਐਸਚਨ ਹੈ ਬੇਟਾ ਆਪਣੇ ਕੋਲ, ਕਿਹੜਾ ਸ਼ਬਦ ਮੂਲ ਸੰਵਿਧਾਨ ਦੇ ਵਿੱਚ ਦਰਜ ਨਹੀਂ ਸੀ, ਠੀਕ ਹੈ। ਮੈਂ ਆਲਰੇਡੀ ਕਰਾ ਚੁੱਕੀ ਹਾਂ ਤੁਹਾਨੂੰ ਕਿ ਸੋਸ਼ਲਿਸਟ, ਜਿਹੜਾ ਸੋਸ਼ਲਿਸਟ ਸ਼ਬਦ ਸੀਗਾ, ਸਮਾਜਵਾਦ ਸ਼ਬਦ ਸੀਗਾ, ਇਹ 42ਵੀਂ ਸੋਧ ਦੇ ਰਾਹੀਂ, 42ਵੀਂ ਸੋਧ ਹੋਈ 1976 ਈਸਵੀ ਦੇ ਵਿੱਚ ਹੋਈ। ਸਿਰਫ ਇੱਕੋ ਇੱਕ ਸੋਧ ਆ ਜਿਹੜੀ ਹੁਣ ਤੱਕ ਸਾਡੇ ਸੰਵਿਧਾਨ ਦੇ
संविधान की प्रस्तावना के नाल रिलेटेड हो चुकी है। ठीक है, प्रस्तावना दे विच हुण तक सिर्फ एक ही सोध हुई है, ते कदों हुई है? 42वीं सोध हुई है। ते इस सोध दे राही 3 शब्द जिहड़े हैगे ने साडे संविधान दे विच संविधान की प्रस्तावना दे विच ऐड कीते गए। वो किहड़े-किहड़े सीगे जी? SIS सिस्टर याद रखियो, सिस्टर यानी कि ਜਾਂ SSI ਤੁਹਾਡੇ ਤੇ ਡਿਪੈਂਡ ਕਰਦਾ, ਤੁਸੀਂ ਜੋ ਵੀ ਟਰਮ ਯਾਦ ਰੱਖਣੀ ਹੈ SSI ਜਾਂ SIS ਯਾਦ ਰੱਖ ਸਕਦੇ ਹੋ, ਐਨੀਥਿੰਗ ਜੋ ਤੁਹਾਡਾ ਦਿਲ ਕਰੇ। ਠੀਕ ਹੈ, ਸ਼ਬਦ ਕਿਹੜੇ ਹੈਗੇ ਨੇ ਜੀ? ਸੋਸ਼ਲਿਸਟ, ਠੀਕ ਹੈ ਜੀ, ਸੋਸ਼ਲਿਸਟ। I मतलब इंटीग्रिटी, ठीक है, ते S मतलब सैकुलर, ठीक है, यानी धर्मनिरपक्ष, एकीकृत, ठीक है, ते समाजवादी। ये 3 शब्द जिहड़े हैगे ने साडे संविधान दे विच 42वीं सोध दे राही ऐड कीते गए। जिहड़े साडे कोल लिबर्टी है, इक्वालिटी है, फ्रैटर्निटी है। लिबर्टी मतलब स्वतंत्रता, ठीक है, इक्वालिटी मतलब समानता, ते भाईचारक मतलब किसी नाल भी भेदभाव ना करना, नस्ल के आधार के उपर, देश के आधार के उपर भाईचारक सांझ बना के रखनी। ठीक है, जिहड़े ये तीनों शब्द हैगे ने, तीनों शब्द साडे कोल मूल संविधान दे विच ही दर्ज सीगे। जदों 1950 ਨੂੰ ਸਾਡਾ ਸੰਵਿਧਾਨ ਲਾਗੂ ਹੁੰਦਾ ਤਾਂ ਉਹਦੇ 'ਚ ਇਹ ਸਾਰੇ ਸ਼ਬਦ ਸ਼ਾਮਲ ਸੀਗੇ। ਤੇ ਇੱਥੇ ਬੜੇ ਧਿਆਨ ਦੇ ਵਿੱਚ ਰੱਖਿਓ ਜਿਹੜੇ ਤਿੰਨੋਂ ਸ਼ਬਦ ਹੈਗੇ ਆ ਲਿਬਰਟੀ, ਇਕੁਆਲਿਟੀ ਤੇ ਫ੍ਰੈਟਰਨਿਟੀ। ਠੀਕ ਹੈ ਜੀ, LFE ਤੋਂ ਯਾਦ ਰੱਖ ਸਕਦੇ ਹੋ, LFE। ਤੇ ਜਿਹੜੇ LFE ਸ਼ਬਦ ਹੈਗੇ ਨੇ ਤਿੰਨੋਂ ਅਸੀਂ ਕਿਹਦੇ ਤੋਂ ਲਏ ਨੇ? ਇੱਥੇ F ਤੋਂ ਧਿਆਨ ਦੇ ਵਿੱਚ ਰੱਖਿਓ, ਫ੍ਰੈਂਚ ਰੈਵੋਲੂਸ਼ਨ। ਠੀਕ ਹੈ, ਫ੍ਰੈਂਚ ਰੈਵੋਲੂਸ਼ਨ, फ्रांस की क्रांति, फ्रेंच रेवोल्यूशन यानी कि फ्रांस की क्रांति कदों आई सी जी? 1789 टू 1799। ठीक है, दैट टाइम पीरियड मन्निया जाता। 1799 तो 1799 का टाइम पीरियड आ फ्रेंच रेवोल्यूशन का। ते फ्रांस की क्रांति तो ही ये तीने शब्द लए गए सी। फ्रांस की क्रांति दे विच तीनों शब्द लिबर्टी, इक्वालिटी ते फ्रैटर्निटी जिहड़े हैगे ने, इन्हां तिन्नां शब्दां नूं लोकतंत्र का थंब आख्या गया सी, पिलर ऑफ डेमोक्रेसी। ठीक है, लोकतंत्र का थंब, पिलर ऑफ डेमोक्रेसी डिफाइन किया गया। देन बेटा नेक्स्ट हैगा कितनी बार संविधान की प्रस्तावना दे विच सोध हो चुकी है? मैं ऑलरेडी दस चुकी हूं कि संविधान की प्रस्तावना दे विच सिर्फ हुण तक एक बार ही सोध हो चुकी है। ते वो सोध कदों हुई है जी? वो सोध मतलब अमेंडमेंट। ठीक है जी, अमेंडमेंट तो सिर्फ एक सोध हुई है। वो केड़ी सोध सी जी? 42वीं सोध 1976 ਦੇ ਵਿੱਚ ਹੋਈ। ਠੀਕ ਹੈ, ਜਿਹਨੂੰ ਮਿਨੀ ਕਨਸਟੀਟਿਊਸ਼ਨ ਆਖਦੇ ਆ, ਜਿਹਦੇ ਰਾਹੀਂ 3 ਸ਼ਬਦ ਜਿਹੜੇ ਹੈਗੇ ਨੇ ਸੋਸ਼ਲਿਸਟ, ਸੈਕੂਲਰ ਤੇ ਇੰਟੀਗ੍ਰਿਟੀ, ਇਹ 3 ਸ਼ਬਦ ਜਿਹੜੇ ਹੈਗੇ ਨੇ ਸਾਡੇ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ ਐਡ ਕੀਤੇ ਗਏ ਸੀ। ਬਟ ਇੱਥੇ ਇੱਕ ਚੀਜ਼ ਧਿਆਨ ਦੇ ਵਿੱਚ ਰੱਖਿਓ ਕਿ ਸਿਰਫ ਇੱਕ ਸੋਧ ਹੀ ਕਿਉਂ ਵੀ ਇੰਨੀ ਜ਼ਿਆਦਾ ਲੇਟ ਹੁੰਦੀ ਆ? ਕਿਉਂਕਿ ਬੇਟਾ ਮਤਲਬ ਇਹ ਸੋਧ ਜੇ ਆਪਾਂ ਸਿੰਪਲ ਕਹੀਏ ਕਿ ਸੋਧ ਜਿਹੜੀ ਹੈਗੀ ਆ ਉਹ ਅਲਾਉ ਕਦੋਂ ਕੀਤੀ ਗਈ? ਕਿਉਂਕਿ ਦੇਖੋ 1976 ਦੇ ਵਿੱਚ ਸੋਧ ਹੁੰਦੀ ਹੈ ਨਾ, 1976 ਦੇ ਵਿੱਚ 42ਵੀਂ ईयर में याद रखिए तो 1976। तो उस तो पहला तक हजे ये नहीं सी कबूल किया जा रहा कि जिहड़ा प्रीएम्बल है वो साडे संविधान का पार्ट है भी। ठीक है, हैगा जां नहीं, साडे कोल ये मेन इशू सीगा। ठीक है, तो इस करके एक केस आया 1960 ईस्वी दे विच। 2 केस मेन ने, वैसे 3 ने, बट थोड़े लिए इत्थे 2 ही मैं डिफाइन करूंगी। 1960 दे विच एक केस आया बेरूबारी केस, बेरूबारी केस। ठीक है, जिहदे च ये पूरा केस चलिया ते उस केस तो बाद ये कहा गया कि जिहड़ी साडी प्रीएम्बल है, जिहड़ी साडी प्रस्तावना हैगी आ, वो साडे मूल संविधान का हिस्सा नहीं है। मतलब संविधान का हिस्सा नहीं हैगी। ठीक है, संविधान का की है? हिस्सा नहीं है। तो इस करके असीं इहदे च सोध नहीं कर सकते। ठीक है, सोध नहीं कर सकते क्योंकि संविधान का हिस्सा नहीं है। संविधान दे विच सोध करना पॉसिबल है, बट वैसे इहदे विच सोध जिहड़ी हैगी वो तुसीं नहीं कर सकते अकॉर्डिंग टू बेरूबाई केस। बट 1976 ਦੇ ਵਿੱਚ ਇੱਕ ਹੋਰ ਕੇਸ ਸਾਹਮਣੇ ਆਇਆ। ਉਹ ਕਿਹੜਾ ਸੀ ਜੀ? ਕੇਸ਼ਵ ਨੰਦ ਭਾਰਤੀ ਕੇਸ। ਕੇਸ਼ਵ ਨੰਦ ਭਾਰਤੀ ਕੇਸ ਇਹ ਕਿਸੇ ਹਾਲਤ ਵਿੱਚ ਨਹੀਂ ਭੁੱਲਣਾ ਵਾਲਾ ਕੇਸ, ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਸਟਾਰ ਕਰ ਲਓ। ਕਿਉਂਕਿ ਇਸੇ ਕੇਸ ਦੇ ਆਧਾਰ ਦੇ ਉੱਪਰ ਹੀ ਇਹ ਆਖਿਆ ਗਿਆ ਕਿ ਜਿਹੜਾ ਸਾਡੀ ਪ੍ਰਸਤਾਵਨਾ ਹੈਗੀ ਆ, ਜਿਹੜੀ ਸਾਡੀ ਪ੍ਰੀਐम्बल ਹੈਗੀ ਆ, ਉਹ ਸਾਡੇ ਕਨਸਟੀਟਿਊਸ਼ਨ ਦਾ ਕੀ ਹੈਗਾ ਜੀ? ਇੱਕ ਪਾਰਟ ਆ, ਕਨਸਟੀਟਿਊਸ਼ਨ ਦਾ ਹੀ ਕੀ ਹੈਗਾ? हिस्सा हैगा। तो इस करके तुसीं इहदे विच सोध कर सकदी आ, अमेंडमेंट इहदे विच कीती जा सकदी आ। बट अमेंडमेंट करदे आ ध्यान दे विच रखना कि साडा जिहड़ा बेसिक स्ट्रक्चर हैगा कॉन्स्टिट्यूशन दा, ठीक है, बेसिक स्ट्रक्चर जिवें पार्लीमेंटरी सिस्टम आ जां जिहदे उपर साडा पूरा संविधान टिकिया होया, उस स्ट्रक्चर दे विच तुसीं चेंजेस नहीं कर सकदे। बहुत सारे बेसिक स्ट्रक्चर जिहड़े फीचर्स ने साडे कॉन्स्टिट्यूशन दे, तां उन्हां दे विच तुसीं बदलाव नहीं कर सकते। बट बाकी जिहड़ी सोध हैगी आ तुसीं अपने संविधान दे विच
कर सकते हो। ठीक है क्लीयर। तो क्योंकि प्रैम्बल का हिस्सा हैगी है तो इस करके सॉरी इतने तरीक मेरे तो गलत लिखी थी। हाँ 1976 का शोध हुई है तो 1973 तरीक इतने ईयर ध्यान रखियो 1973। ठीक है 1973 तो 1973 केशव नंद भारती केस आया जिहदे च आख्या गया कि बेसिक स्ट्रक्चर ਦੇ ਵਿੱਚ ਬਦਲਾਵ ਕੀਤੇ ਬਿਨਾ ਤੁਸੀਂ ਕਨਸਟੀਟਿਊਸ਼ਨ ਦੀ ਜਿਹੜੀ ਪ੍ਰਸਤਾਵਨਾ ਹੈਗੀ ਉਹਦੇ ਵਿੱਚ ਬਦਲਾਵ ਕਰ ਸਕਦੇ ਹੋ ਚੇਂਜ ਕਰ ਸਕਦੇ ਹੋ ਤੇ ਜਿਹਦੇ ਆਧਾਰ ਉੱਪਰ ਹੀ ਫਿਰ 1976 ਈਸਵੀ ਦੇ ਵਿੱਚ ਜਿਹੜੀ ਹੈਗੀ ਆ ਪਹਿਲੀ ਠੀਕ ਹੈ ਫਰਸਟ ਤੇ ਲਾਸਟ ਕਿਉਂਕਿ ਅਜੇ ਤੱਕ ਹੋਈ ਨਹੀਂ ਤਾਂ ਫਰਸਟ ਐਂਡ ਲਾਸਟ ਜੇ ਅੱਗੇ ਜਾ ਕੇ ਹੋਊਗੀ ਤਾਂ ਅਸੀਂ ਡਿਫਾਈਨ ਜ਼ਰੂਰ ਕਰਾਂਗੇ ਤੁਸੀਂ ਆਪ ਅਪਡੇਟ ਰਹੋਗੇ ਤੁਹਾਨੂੰ ਕਲੀਅਰ ਹੋਊਗਾ ਬਟ ਹੁਣ ਤੱਕ ਸਿਰਫ ਇੱਕ ਸੋਧ ਹੋਈ ਹੈ ਜੋ ਕਦੋਂ ਹੋਈ ਹੈ 1976 ਈਸਵੀ ਦੇ ਵਿੱਚ 42ਵੀਂ ਸੋਧ ਠੀਕ ਹੈ ਜਿਹੜੀ ਕਿਹਦਾ ਨਤੀਜਾ ਸੀਗਾ ਜੀ ਕੇਸ਼ਵ ਨੰਦ ਭਾਰਤੀ ਕੇਸ ਦਾ ਠੀਕ ਹੈ ਜੀ ਨੈਕਸਟ ਕੁਐਸਚਨ ਬੇਟਾ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ ਸ਼ਾਮਲ ਨਹੀਂ ਹੈ ਤਾਂ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ ਮੈਂ ਆਲਰੇਡੀ ਦੱਸ ਚੁੱਕੀ ਹਾਂ ਫ੍ਰੈਟਰਨਿਟੀ ਸ਼ਾਮਲ ਹੈ ਇਕੁਐਲਿਟੀ ਸ਼ਾਮਲ ਹੈ ਹਨਾ ਆਪਾਂ ਗੱਲ ਕੀਤੀ SIS यानी कि सोशलिस्ट सैकुलर ते इंटीग्रिटी शब्द शामिल है कि नहीं ठीक है जस्टिस शब्द ठीक है जस्टिस शब्द भी साडे संविधान दे विच शामिल हैगा लिखिया गया की है जस्टिस सोशल ठीक है इकोनॉमिक एंड पॉलिटिकल ठीक है पॉलिटिकल ਤੇ ਜਿਹੜੀ ਇਹ ਪੂਰੀ ਲਾਈਨ ਹੈਗੀ ਅਸੀਂ ਕਿੱਥੋਂ ਅਡਾਪਟ ਕੀਤੀ ਹੈ ਜੀ ਰਸ਼ੀਅਨ ਰੈਵੋਲੂਸ਼ਨ ਇਹ ਤੁਹਾਨੂੰ ਕਲੀਅਰ ਹੋਣੀ ਚਾਹੀਦੀ ਹੈ ਤੁਸੀਂ ਮੇਰੇ ਨਾਲ ਜਿਹੜੀਆਂ ਹੈਗੀਆਂ ਵਰਡ ਵਾਰ ਦੀਆਂ ਕਰ ਚੁੱਕੇ ਹੋ ਹਨਾ ਸੌਰੀ ਰੈਵੋਲੂਸ਼ਨ ਠੀਕ ਹੈ ਰਸ਼ੀਅਨ ਰੈਵੋਲੂਸ਼ਨ ਰੂਸ ਦੀ ਕ੍ਰਾਂਤੀ ਤੋਂ ਲੈ ਗਿਆ ਤਾਂ ਤੁਸੀਂ ਤੁਹਾਨੂੰ ਕਲੀਅਰ ਹੋਊਗਾ ਕਿ ਰਸ਼ੀਅਨ ਰੈਵੋਲੂਸ਼ਨ ਕਦੋਂ ਹੁੰਦੀ ਹੈ 1977 ਚ ਜਦੋਂ ਰੂਸ ਸੀਗਾ ਜਿਹੜਾ ਪਹਿਲੇ ਵਿਸ਼ਵ ਯੁੱਧ ਦੇ ਵਿੱਚੋਂ ਮਿੱਤਰ ਦੇਸ਼ਾਂ ਤੋਂ ਅਲੱਗ ਹੋ ਗਿਆ ਸੀ ਕਿਉਂਕਿ ਇੱਥੇ ਰੂਸ ਦੀ ਕ੍ਰਾਂਤੀ ਆ ਚੁੱਕੀ ਸੀ ਠੀਕ ਹੈ ਤਾਂ ਉਦੋਂ ਜਿਹੜੇ ਸਾਡੇ ਕੋਲੇ ਸ਼ਬਦ ਹੈਗਾ ਜਸਟਿਸ ਸੋਸ਼ਲ ਇਕਨੋਮਿਕ ਪੋਲੀਟੀਕਲ ਇਹ ਸ਼ਬਦ ਜਿਹੜੇ ਸੀਗੇ ਅਸੀਂ ਰਸ਼ੀਅਨ ਰੈਵੋਲੂਸ਼ਨ ਤੋਂ ਸੰਵਿਧਾਨ ਸਾਡੇ ਸੰਵਿਧਾਨ ਦੇ ਵਿੱਚ ਅਡਾਪਟ ਕੀਤੇ ਦਾ ਮਤਲਬ ਸਾਡੇ ਕੋਲ ਇਹ ਸ਼ਬਦ ਵੀ ਹੈ ਤਾਂ ਸਾਡੇ ਕੋਲ ਜਿਹੜਾ ਸ਼ਬਦ ਨਹੀਂ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ ਦਰਜ ਤਾਂ ਉਹ ਕਿਹੜਾ ਹੈ ਜੀ ਸਾਡੇ ਕੋਲ ਉਹ ਸ਼ਬਦ ਹੈ ਜੀ ਬਾਲਗ ਮਤ ਅਧਿਕਾਰ ਠੀਕ ਹੈ ਥੋੜਾ ਬੇਟਾ ਸਲਾਈਡ ਦੀ ਪ੍ਰੋਬਲਮ ਆ ਜਾਂਦੀ ਹੈ ਇਸ ਕਰਕੇ ਮੈਂ ਸਲੋ ਹੋ ਜਾਂਦੀ ਕਈ ਵਾਰ ਸਲੇਟ ਜਿਹੜੀ ਹੈਗੀ ਆ ਨਾ ਪੈਡ ਜਿਹਦੇ ਉੱਪਰ ਮੈਂ ਰਾਈਟ ਡਾਊਨ ਕਰ ਰਹੀ ਹੁੰਦੀ ਆ ਨਾ ਉਹਦੇ ਵਿੱਚ ਥੋੜਾ ਇਸ਼ੂ ਆ ਜਾਂਦਾ ਦੈਟਸ ਵਾਈ ਤਾਂ ਮੈਨੂੰ ਰੁਕਣਾ ਪੈ ਜਾਂਦਾ ਤਾਂ ਬਾਲਗ ਮਤ ਅਧਿਕਾਰ ਅਡਲਟ ਸਫਰੇਜ ਠੀਕ ਹੈ ਤਾਂ ਬਟ ਅਡਲਟ ਸਫਰੇਜ ਜਿਹੜੇ ਸਾਡੇ ਕਨਸਟੀਟਿਊਸ਼ਨ ਦਾ ਹਿੱਸਾ ਜ਼ਰੂਰ ਆ ਸਾਡੇ ਸੰਵਿਧਾਨ ਦੇ ਵਿੱਚ ਆਖਿਆ ਗਿਆ ਪਹਿਲਾਂ ਤੁਸੀਂ ਦੇਖੋ ਮੈਂ ਪਹਿਲਾਂ ਦੀ ਕਲਾਸ ਵਿੱਚ ਕਰਾ ਚੁੱਕੀ ਹਾਂ ਮੂਲ ਸੰਵਿਧਾਨ ਦੇ ਵਿੱਚ ਸੀਗਾ ਕਿ 21 ਸਾਲ ਤੋਂ ਉੱਪਰ ਦਾ ਹਰ ਇੱਕ ਬਾਲਗ ਜਿਹੜਾ ਹੈਗਾ ਵੋਟ ਦੇ ਸਕਦਾ ਬਟ ਫਿਰ ਜਿਹੜੀ ਹੈਗੀ 61 ਜਿਹੜੀ ਹੈਗੀ 61ਵੀਂ ਸੋਧ ਹੁੰਦੀ ਹੈ ਤੇ ਉਸ ਸੋਧ ਦੇ ਵਿੱਚ ਇਹ ਆਖਿਆ ਗਿਆ ਕਿ ਸਾਡਾ ਜਿਹੜਾ ਹੈ 21 ਤੋਂ ਘਟਾ ਕੇ ਉਮਰ ਕਿੰਨੀ ਕਰ ਦਿੱਤੀ ਗਈ 18 ਸਾਲ ਦਾ 18 ਸਾਲ ਤੋਂ ਉੱਪਰ ਦਾ ਹਰ ਇੱਕ ਵਿਅਕਤੀ ਜਿਹੜਾ ਹੈਗਾ ਵੋਟ ਦੇ ਸਕਦਾ ਹੈ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਦੱਸਿਆ ਗਿਆ ਬਟ ਇਹ ਪ੍ਰਸਤਾਵਨਾ ਦੇ ਵਿੱਚ ਇਹ ਸ਼ਬਦ ਜਿਹੜਾ ਹੈ ਉਹ ਸ਼ਾਮਲ ਨਹੀਂ ਆ ਠੀਕ ਹੈ ਜੀ ਨੈਕਸਟ ਬੇਟਾ ਆਪਣੇ ਕੋਲ ਹੈ ਸੰਵਿਧਾਨ ਦੇ ਨਿਰਮਾਤਾਵਾਂ ਦੀ ਫਿਲਾਸਫੀ ਤੇ ਮੁੱਲਾਂ ਦੀ ਝਲਕੀ ਉਹੀ ਚੀਜ਼ ਪ੍ਰਸਤਾਵਨਾ ਜਿਹੜੇ ਵੀ ਸਾਡੇ ਜਿਹੜੇ ਕਨਸਟੀਟਿਊਸ਼ਨ ਮੇਕਰ ਸੀਗੇ ਨਿਰਮਾਤਾ ਮਤਲਬ ਮੇਕਰਸ ਠੀਕ ਹੈ ਤੇ ਉਹਨਾਂ ਦੀ ਜਿਹੜੀ ਫਿਲਾਸਫੀ ਸੀ ਉਹਨਾਂ ਦਾ ਜਿਹੜਾ ਦਰਸ਼ਨ ਸੀਗਾ ਉਹਨਾਂ ਦੀ ਵਿਚਾਰਧਾਰਾ ਸੀ ਕਿ ਉਹਨਾਂ ਦੀ ਜਿਹੜੀਆਂ ਵੈਲਿਊਜ਼ ਹੈਗੀਆਂ ਨੇ ਉਹਨਾਂ ਦੀ ਝਲਕ ਸਾਡੀ ਪ੍ਰਸਤਾਵਨਾ ਦੇ ਵਿੱਚ ਹੀ ਦਰਜ ਹੈ ਠੀਕ ਹੈ ਤਾਂ ਸਾਡਾ ਆਨਸਰ ਬੇਟਾ ਇੱਥੇ ਕੀ ਹੋਊਗਾ ਪ੍ਰਸਤਾਵਨਾ ਤਾਂ ਪ੍ਰਸਤਾਵਨਾ ਦੇ ਵਿੱਚ ਇਹ ਸਾਰਾ ਕੁਝ ਐਡ ਆ ਮੌਲਿਕ ਅਧਿਕਾਰ ਠੀਕ ਹੈ ਅਸੀਂ ਕਿੱਥੋਂ ਲਿਆਏ ਆਈਡੀਆ ਜੇ ਅਸੀਂ ਆਈਡੀਆ ਲਿਆ ਸੀਗਾ USA ਤੋਂ ਤੁਹਾਨੂੰ ਕਲੀਅਰ ਹੋਣਾ ਚਾਹੀਦਾ ਕਿਹੜੇ ਭਾਗ ਦੇ ਵਿੱਚ ਸਾਡੇ ਸਾਰੇ ਦਰਜ ਹੈਗੇ ਨੇ ਤਾਂ ਸਾਡੇ ਭਾਗ ਜਿਹੜਾ ਹੈਗਾ ਤੀਜਾ ਤਾਂ ਸਾਡਾ ਜਿਹੜਾ ਥਰਡ ਪਾਰਟ ਹੈਗਾ ਸਾਡੇ ਕਨਸਟੀਟਿਊਸ਼ਨ ਦਾ ਉਹਦੇ ਵਿੱਚ ਕਿਹੜੇ ਆਰਟੀਕਲ ਤੋਂ ਲੈ ਕੇ 12 ਤੋਂ ਲੈ ਕੇ ਕਿਹੜਾ ਆਰਟੀਕਲ ਜੀ 35 ਆਰਟੀਕਲ ਤੱਕ ਸਾਡੇ ਕੋਲ ਜਿਹੜੇ ਹੈਗੇ ਨੇ ਉਹ ਮੌਲਿਕ ਅਧਿਕਾਰ ਦਰਜ ਕੀਤੇ ਗਏ ਨੇ ਠੀਕ ਹੈ ਜੀ ਤੇ ਸਾਡੇ ਦੇਸ਼ ਦੀ ਨੀਤੀ ਦੇ ਜਿਹੜੇ ਨਿਰਦੇਸ਼ਕ ਸਿਧਾਂਤ ਨੇ ਡਾਇਰੈਕਟਰ ਪ੍ਰਿੰਸੀਪਲ ਸਟੇਟ ਪਾਲਿਸੀ ਉਹ ਕਿੱਥੋਂ ਲਏ ਗਏ ਨੇ ਜੀ ਆਇਰਲੈਂਡ ਤੋਂ ਲਏ ਗਏ ਨੇ ਠੀਕ ਹੈ ਭਾਗ ਕਿਹੜਾ ਹੈਗਾ ਜੀ ਸਾਡੇ ਕੋਲ ਭਾਗ ਚੌਥਾ ਜਿਹਦੇ ਕਿੱਥੋਂ ਕਿਹੜੇ ਆਰਟੀਕਲ ਤੋਂ ਲੈ ਕੇ 36 ਤੋਂ ਲੈ ਕੇ 52 ਤੱਕ ਮੈਂਸ਼ਨ ਕੀਤੇ ਗਏ ਨੇ ਸਾਡੇ ਦੇਸ਼ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਯਾਨੀ DPS ਡਾਇਰੈਕਟਰ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਠੀਕ ਹੈ DPSP ਠੀਕ ਹੈ ਜੀ ਇਹ ਵੀ ਮੈਂਸ਼ਨ ਕਰਦੀ ਹਾਂ ਮੌਲਿਕ ਅਧਿਕਾਰ ਕਿਹੜੇ ਚ ਨੇ ਭਾਗ ਤੀਜੇ ਦੇ ਵਿੱਚ ਨੇ ਆਰਟੀਕਲ 12 ਤੋਂ 35 ਠੀਕ ਹੈ ਆਰਟੀਕਲ ਤਾਂ ਇਹ 36 ਤੋਂ 52 ਆਰਟੀਕਲ ਤੇ ਮੌਲਿਕ ਕਰਤਵ ਸਾਡੇ ਮੂਲ ਸੰਵਿਧਾਨ ਦੇ ਵਿੱਚ ਐਡ ਨਹੀਂ ਸੀਗੇ 42ਵੀਂ ਸੋਧ ਦੇ ਰਾਹੀਂ ਐਡ ਕੀਤੇ ਗਏ ਇਸ ਕਰਕੇ ਭਾਗ 4A ਜਿਹੜਾ ਨਿਰਦੇਸ਼ਕ ਸਿਧਾਂਤਾਂ ਵਾਲਾ ਸੀ ਉਹਦੇ 6 ਭਾਗ 4th A ਐਡ ਕੀਤਾ ਗਿਆ ਤੇ ਨਾਲ ਆਰਟੀਕਲ ਵੀ ਫਿਰ 52A ਐਡ ਕੀਤਾ ਗਿਆ ਤੇ ਉਹਦੇ ਚ ਮੂਲ ਤੌਰ ਤੇ 10 ਜਿਹੜੇ ਸੀਗੇ ਫੰਡਾਮੈਂਟਲ ਜਿਹੜੇ ਐਡ ਕੀਤੇ ਗਏ ਤੇ ਲੇਟਰ ਔਨ ਫਿਰ 2002 ਦੇ ਵਿੱਚ ਜਿਹੜੀ ਸੋਧ ਹੁੰਦੀ ਆ
86ਵੀਂ ਸੋਧ ਉਹਦੇ ਰਾਹੀਂ ਇੱਕ ਹੋਰ ਪਲੱਸ ਕੀਤਾ ਗਿਆ ਤੇ ਟੋਟਲ ਸਾਡੇ ਕੋਲ ਮੌਲਿਕ ਕਰਤਵ ਕਿੰਨੇ ਨੇ 11। ਠੀਕ ਹੈ ਜੀ। ਇਹ ਸਾਰੀਆਂ ਚੀਜ਼ਾਂ ਵੈਸੇ ਮੈਂ ਤੁਹਾਨੂੰ ਕਰਵਾ ਚੁੱਕੀ ਹਾਂ, ਤੁਸੀਂ ਜੇ ਇਸ ਤੋਂ ਵੀ ਜ਼ਿਆਦਾ ਡੈਪਥ ਦੇ ਵਿੱਚ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਕਲਾਸਿਸ ਨੂੰ ਜੁਆਇਨ ਕਰ ਸਕਦੇ ਹੋ। ਦੈਨ ਹੈ ਬੇਟਾ ਆਪਣੇ ਕੋਲ ਭਾਰਤ ਨੂੰ ਅਨੁਛੇਦ ਫਸਟ ਆਰਟੀਕਲ ਫਸਟ ਦੀ ਕੀ ਦਰਸਾਇਆ ਗਿਆ। ਠੀਕ ਹੈ, ਤਾਂ ਭਾਰਤ ਨੂੰ ਜਿਹੜਾ ਸਾਡਾ ਆਰਟੀਕਲ ਫਸਟ ਹੈਗਾ ਉਹਦੇ ਵਿੱਚ ਕੀ ਡਿਫਾਈਨ ਕੀਤਾ ਗਿਆ ਹੈ ਜੀ, ਯੂਨੀਅਨ ਆਫ ਸਟੇਟਸ। ਠੀਕ ਹੈ, ਵੀ ਇੰਪੋਰਟੈਂਟ ਹੈ, ਕਾਫੀ ਵਾਰ ਪੁੱਛ ਲਿਆ ਜਾਂਦਾ। ਤਾਂ ਸਾਡਾ ਜਿਹੜਾ ਆਰਟੀਕਲ ਫਸਟ ਹੈਗਾ ਅਨੁਛੇਦ ਪਹਿਲਾ ਹੈ ਉਹਦੇ ਚ ਅਸਲ ਦੇ ਵਿੱਚ ਕੀ ਲਿਖਿਆ ਗਿਆ ਹੈਗਾ, ਇੰਡੀਆ। ਠੀਕ ਹੈ, that is ਭਾਰਤ। ਕਈ ਵਾਰ ਇਹ ਵੀ ਪੁੱਛ ਲਿਆ ਜਾਂਦਾ ਕਿ ਇੰਡੀਆ ਦੇ ਲਈ ਫਸਟ ਆਰਟੀਕਲ ਦੇ ਵਿੱਚ ਹੋਰ ਕਿਹੜਾ ਨਾਮ ਦਿੱਤਾ ਗਿਆ, ਤਾਂ ਭਾਰਤ। ਠੀਕ ਹੈ, ਭਾਰਤ ਇਜ਼ ਕੀ ਹੈ ਜੀ, ਯੂਨੀਅਨ ਆਫ ਸਟੇਟਸ। ਠੀਕ ਹੈ ਜੀ, ਰਾਜਾਂ ਦਾ ਸੰਘ ਹੈ, ਰਾਜਾਂ ਦੀ ਜਿਹੜੀ ਹੈਗੀ ਹੈ ਯੂਨੀਅਨ ਆ। ਠੀਕ ਹੈ ਜੀ, ਆਰਟੀਕਲ ਫਸਟ ਦੇ ਵਿੱਚ। ਨੈਕਸਟ ਕੁਐਸਚਨ ਹੈ ਬੇਟਾ ਆਪਣੇ ਕੋਲ ਮੌਲਿਕ ਕਰਤਵ ਕਦੋਂ ਸੰਵਿਧਾਨ ਦੇ ਵਿੱਚ ਐਡ ਕੀਤੇ ਗਏ। ਮੈਂ ਆਲਰੇਡੀ ਦੱਸ ਚੁੱਕੀ ਹਾਂ ਨਾ ਕਿ ਸਾਡੇ ਕੋਲ ਜੇ ਅਸੀਂ ਇਸ ਹਿਸਾਬ ਨਾਲ ਦੇਖੀਏ ਤਾਂ ਮੈਂ ਦੱਸਿਆ ਸੀ ਜਿਹੜੇ ਸਾਡੇ ਕੋਲ ਫੰਡਾਮੈਂਟਲ ਡਿਊਟੀਜ਼ ਨੇ। ਠੀਕ ਹੈ, ਫੰਡਾਮੈਂਟਲ ਡਿਊਟੀਜ਼ ਨੇ, ਮੌਲਿਕ ਕਰਤਵ ਨੇ, ਇਹ ਸਾਡੇ ਕੋਲ ਕਦੋਂ ਸੰਵਿਧਾਨ ਦੇ ਵਿੱਚ ਐਡ ਕੀਤੇ ਗਏ ਨੇ, 42ਵੀਂ ਸੋਧ ਦੇ ਰਾਹੀਂ। 42ਵੀਂ ਸੋਧ ਕਦੋਂ ਹੋਈ, 1976 ਦੇ ਵਿੱਚ। ਠੀਕ ਹੈ, 42ਵੀਂ ਸੋਧ ਦੇ ਰਾਹੀਂ ਜਿਹੜਾ ਭਾਗ 4th A ਸੀਗਾ, ਭਾਗ 4th A ਐਡ ਕੀਤਾ ਗਿਆ ਤੇ ਨਾਲ ਹੀ ਸਾਡੇ ਸੰਵਿਧਾਨ ਦੇ ਵਿੱਚ 51A ਆਰਟੀਕਲ ਐਡ ਕੀਤਾ ਗਿਆ। ਠੀਕ ਹੈ, 51A ਆਰਟੀਕਲ ਐਡ ਕੀਤਾ ਤੇ ਪਾਰਟ 4th A ਐਡ ਕੀਤਾ ਤੇ ਇਹਨਾਂ ਦੇ ਰਾਹੀਂ ਸਾਡੇ ਸੰਵਿਧਾਨ ਦੇ ਵਿੱਚ ਟੋਟਲ 10 ਆਰਟੀਕਲ। ਠੀਕ ਹੈ, 42ਵੀਂ ਸੋਧ ਦੇ ਰਾਹੀਂ ਟੋਟਲ 10 ਆਰਟੀਕਲ, ਸੌਰੀ ਹਾਂ 10 ਡਿਊਟੀਜ਼। ਠੀਕ ਹੈ, 10 ਜਿਹੜੀਆਂ ਡਿਊਟੀਜ਼ ਨੇ, ਫੰਡਾਮੈਂਟਲ ਡਿਊਟੀਜ਼ ਨੇ, ਉਹ ਸਾਡੇ ਸੰਵਿਧਾਨ ਦੇ ਵਿੱਚ ਐਡ ਕੀਤੀਆਂ ਗਈਆਂ। ਬਟ ਲੇਟਰ ਔਨ ਕੀ ਹੁੰਦਾ, ਠੀਕ ਹੈ, ਲੇਟਰ ਔਨ ਜਿਹੜਾ ਹੈ ਬੇਟਾ ਸਾਡੇ ਕੋਲ ਇੱਕ ਡਿਊਟੀ ਹੋਰ ਪਲੱਸ ਕੀਤੀ ਜਾਂਦੀ ਹੈ। ਇੱਥੇ 10 ਨੇ, ਇੱਕ ਡਿਊਟੀ ਇਹਦੇ ਵਿੱਚ ਪਲੱਸ ਕੀਤੀ ਜਾਂਦੀ ਹੈ ਹੋਰ। ਇਹ ਡਿਊਟੀ ਕਦੋਂ ਐਡ ਕੀਤੀ ਜਾਂਦੀ ਹੈ, ਡਿਊਟੀ ਕੀਤੀ ਜਾਂਦੀ ਹੈ 2002 ਦੇ ਵਿੱਚ। ਕਿਹੜੀ ਸੋਧ ਦੇ ਰਾਹੀਂ, 86ਵੀਂ ਸੋਧ ਦੇ ਰਾਹੀਂ। ਜਿਹੜਾ ਫੰਡਾਮੈਂਟਲ ਸਾਡੇ ਕੋਲ ਰਾਈਟ ਆਇਆ ਸੀ, ਰਾਈਟ ਟੂ ਐਜੂਕੇਸ਼ਨ, ਉਹਦੇ ਅਧੀਨ ਹੀ ਮਾਪਿਆਂ ਦੀ ਡਿਊਟੀ ਸੌਂਪੀ ਗਈ ਬੱਚਿਆਂ ਨੂੰ ਐਜੂਕੇਸ਼ਨ ਦੇਣ ਦੀ। ਤਾਂ ਡਿਊਟੀ ਆਫ ਐਜੂਕੇਸ਼ਨ ਫॉर ਪੇਰੈਂਟਸ, ਠੀਕ ਹੈ, ਇੱਕ ਤਰੀਕੇ ਨਾਲ ਇਹ ਡਿਊਟੀ ਸੀਗੀ। ਤਾਂ 11ਵਾਂ ਜਿਹੜਾ ਹੈਗਾ ਉਹ ਐਡ ਕੀਤਾ ਗਿਆ ਸੀਗਾ 2002 ਦੇ ਵਿੱਚ 86ਵੀਂ ਸੋਧ ਦੇ ਰਾਹੀਂ। ਤੇ ਮੌਲਿਕ ਸਾਡੇ ਕੋਲ ਜਿਹੜੀ ਮੌਜੂਦਾ ਹੈਗੇ ਨੇ ਉਹ 11 ਡਿਊਟੀ ਸਾਡੇ ਸੰਵਿਧਾਨ ਦੇ ਵਿੱਚ ਸ਼ਾਮਲ ਨੇ। ਮੈਨੂੰ ਲੱਗਦਾ ਮੈਂ ਉੱਪਰ ਸ਼ਾਇਦ ਡਿਊਟੀਜ਼ ਦੀ ਜਗ੍ਹਾ ਫੰਡਾਮੈਂਟਲ ਰਾਈਟਸ ਹੀ ਬੋਲ ਚੁੱਕੀ ਹਾਂ। ਕਈ ਵਾਰ ਬੇਟਾ ਕਿਉਂਕਿ ਟਾਈਮ ਬਹੁਤ ਥੋੜਾ ਹੁੰਦਾ, ਕਲਾਸਿਸ ਬਹੁਤ ਜ਼ਿਆਦਾ ਹੁੰਦੀਆਂ ਨਾ, ਤਾਂ ਆਲਮੋਸਟ ਜਿਹੜਾ ਦਿਮਾਗ ਹੈਗਾ ਉਹ ਕਈ ਵਾਰ ਹਨਾ ਕਾਫੀ ਉਲਝ ਜਾਂਦਾ। ਤਾਂ ਉਹਨੂੰ ਥੋੜੀਆਂ ਬੇਸਿਕ ਚੀਜ਼ਾਂ ਨੇ, ਤਾਂ ਆਈ ਥਿੰਕ ਤੁਸੀਂ ਕਲਾਸ ਲਾਓਗੇ ਤਾਂ ਤੁਹਾਨੂੰ ਵੈਸੇ ਹੀ ਸਮਝ ਆ ਜਾਣਗੀਆਂ। ਠੀਕ ਹੈ, ਤਾਂ ਜਿਹੜੀਆਂ ਫੰਡਾਮੈਂਟਲ ਡਿਊਟੀਜ਼ ਨੇ ਸਾਡੇ ਕੋਲ ਕਿੰਨੀਆਂ ਨੇ, ਮੌਜੂਦਾ 11। ਠੀਕ ਹੈ, ਮੈਂ ਇੱਥੇ ਬਾਕੀ ਵੀ ਸਾਰੀਆਂ ਚੀਜ਼ਾਂ ਕਲੀਅਰ ਕਰ ਦਿੰਦੀ ਹਾਂ। ਸਾਡੇ ਕੋਲ ਆਨਸਰ ਆ ਗਿਆ ਕਿ ਮੌਲਿਕ ਕਰਤਵ ਕਦੋਂ ਸੰਵਿਧਾਨ ਦੇ ਵਿੱਚ ਐਡ ਹੋਏ, 1976 ਈਸਵੀ ਦੇ ਵਿੱਚ 42ਵੀਂ ਸੋਧ ਦੇ ਰਾਹੀਂ। ਠੀਕ ਹੈ ਜੀ, 1951 ਈਸਵੀ ਦੇ ਵਿੱਚ ਬੇਟਾ ਕੀ ਹੁੰਦਾ ਹੈਗਾ, ਸਾਡੇ ਕੋਲ ਫਰਸਟ ਅਮੈਂਡਮੈਂਟ ਹੁੰਦੀ ਹੈ। ਫਰਸਟ ਅਮੈਂਡਮੈਂਟ ਹੁੰਦੀ ਹੈ, ਫਰਸਟ ਸੋਧ ਹੁੰਦੀ ਹੈ। ਠੀਕ ਹੈ, ਫਰਸਟ ਸੋਧ ਹੁੰਦੀ ਆ ਤੇ ਇਸ ਸੋਧ ਦੇ ਰਾਹੀਂ ਹੀ ਸਾਡੇ ਕੋਲ ਜਿਹੜਾ ਸੀਗਾ 9ਵਾਂ ਸ਼ਡਿਊਲ, 9ਵੀਂ ਅਨੁਸੂਚੀ ਸੰਵਿਧਾਨ ਦੇ ਵਿੱਚ ਐਡ ਕੀਤੀ ਗਈ। ਠੀਕ ਹੈ, 1956 ਈਸਵੀ ਦੇ ਵਿੱਚ ਬੇਟਾ ਕੀ ਹੁੰਦਾ ਹੈਗਾ, 7ਵੀਂ ਸੋਧ ਹੁੰਦੀ ਹੈ, 7th ਅਮੈਂਡਮੈਂਟ ਹੁੰਦੀ ਹੈ, ਜਿਹਦੇ ਰਾਹੀਂ ਜਿਹੜਾ ਹੈਗਾ ਸਟੇਟ ਰੀਆਰਗੇਨਾਈਜੇਸ਼ਨ ਐਕਟ ਬਣਾਇਆ ਗਿਆ, ਸਟੇਟ ਰੀਆਰਗੇਨਾਈਜੇਸ਼ਨ ਐਕਟ। ਠੀਕ ਹੈ, 1956 ਬਣਾਇਆ ਗਿਆ। ਕਲੀਅਰ। ਤੇ ਇੱਕ ਹੋਰ ਚੀਜ਼ ਤੁਸੀਂ ਇੱਥੇ ਜਿਹੜੀ ਬਹੁਤ ਜ਼ਿਆਦਾ ਇੰਪੋਰਟੈਂਟ ਆ, 7ਵੀਂ ਸੋਧ ਦੇ ਰਾਹੀਂ ਹੀ ਇਹ ਆਖਿਆ ਗਿਆ ਕਿ ਜਿਹੜੀਆਂ ਸਟੇਟਸ ਹੈਗੀਆਂ, ਠੀਕ ਹੈ, ਆਪਾਂ ਇਹ ਕਹਿ ਸਕਦੇ ਹਾਂ ਕਿ ਇੱਕ ਤੋਂ ਜ਼ਿਆਦਾ ਸਟੇਟਾਂ ਦਾ ਜਿਹੜਾ ਹੈਗਾ ਸਾਂਝਾ ਕਾਮਨ ਹੋ ਸਕਦਾ, ਕੌਣ, ਗਵਰਨਰ ਵੀ ਤੇ ਹਾਈ ਕੋਰਟਸ ਵੀ। ਠੀਕ ਹੈ, ਮਤਲਬ ਕਿ 2 ਰਾਜਾਂ ਦੀਆਂ, 3 ਰਾਜਾਂ ਦੀਆਂ, ਕਿੰਨਿਆਂ ਦੀਆਂ ਦੇ ਵੀ ਸਾਂਝੇ ਗਵਰਨਰ ਵੀ ਹੋ ਸਕਦੇ ਆ ਤੇ ਹਾਈ ਕੋਰਟਸ ਵੀ ਹੋ ਸਕਦੇ ਆ। ਠੀਕ ਹੈ, ਇਹ ਵੀ ਇਸੇ ਆਰਟੀਕਲ ਦੇ ਵਿੱਚ ਆਖਿਆ ਗਿਆ ਸੀ। ਤੇ 1978 ਜਿਹੜਾ ਸੀਗਾ ਬੇਟਾ ਉਹਦੇ ਚ 44ਵੀਂ ਸੋਧ ਆ। ਠੀਕ ਹੈ, 44ਵੀਂ ਸੋਧ ਹੋਈ ਆ ਤੇ ਇਸ ਸੋਧ ਦੇ ਰਾਹੀਂ ਬੇਸਿਕਲੀ ਜਿਹੜਾ ਸਾਡੇ ਕੋਲ ਜਿਹੜਾ ਰਾਈਟ ਟੂ ਪ੍ਰਾਪਰਟੀ ਸੀਗਾ, ਰਾਈਟ ਟੂ ਪ੍ਰਾਪਰਟੀ, ਸੰਪਤੀ ਦਾ ਅਧਿਕਾਰ, ਜਿਹੜਾ ਪਹਿਲਾਂ ਸਾਡੇ ਕੋਲ ਫੰਡਾਮੈਂਟਲ ਰਾਈਟ ਸੀਗਾ 31 ਆਰਟੀਕਲ ਦੇ ਅੰਡਰ, ਉਹਨੂੰ ਫੰਡਾਮੈਂਟਲ ਰਾਈਟਸ ਦੇ ਵਿੱਚੋਂ ਖਤਮ ਕਰਕੇ ਕੀ ਬਣਾ ਦਿੱਤਾ ਗਿਆ, ਲੀਗਲ ਰਾਈਟ, ਕਾਨੂੰਨੀ ਅਧਿਕਾਰ ਬਣਾ ਦਿੱਤਾ ਗਿਆ। ਠੀਕ ਹੈ, ਜਿਹੜਾ ਫੰਡਾਮੈਂਟਲ ਰਾਈਟ ਸੀਗਾ ਉਹ ਖਤਮ ਕਰਤਾ, ਮੌਲਿਕ ਅਧਿਕਾਰ ਖਤਮ ਕਰਕੇ ਕਾਨੂੰਨੀ ਅਧਿਕਾਰ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਤੇ ਐਡ ਕਰ ਦਿੱਤਾ ਗਿਆ 300A ਆਰਟੀਕਲ ਦੇ ਵਿੱਚ। ਠੀਕ ਹੈ ਜੀ, ਨੈਕਸਟ ਬੇਟਾ ਕੁਐਸਚਨ,
ਭਾਰਤ ਸੰਘ ਜਿਹੜਾ ਹੈਗਾ ਉਹ ਕਿਹਦੇ ਨਾਲ ਮਿਲਦਾ, ਤਾਂ ਜਿਹੜਾ ਭਾਰਤ ਸੰਘ ਦਾ ਮਤਲਬ ਹੈਗਾ ਇੰਡੀਅਨ ਫੈਡਰਲ ਸਿਸਟਮ। ਠੀਕ ਹੈ, ਮੈਂ ਇਹ ਅਲੱਗ ਕਲਾਸ ਵੀ ਤੁਹਾਨੂੰ ਬਹੁਤ ਲੰਬੀ ਚੌੜੀ ਦੇ ਚੁੱਕੀ ਹਾਂ, ਪਹਿਲਾਂ ਵੀ ਸ਼ਾਇਦ ਕਲਾਸ ਦੇ ਵਿੱਚ ਕਾਫੀ ਡਿਫਾਈਨ ਕਰ ਚੁੱਕੀ ਹਾਂ ਕਿ ਭਾਰਤ ਦੇ ਵਿੱਚ ਜਿਹੜਾ ਹੈਗਾ ਕੁਆਜ਼ੀ ਫੈਡਰਲ ਸਿਸਟਮ ਆ। ਕੁਆਜ਼ੀ ਫੈਡਰਲ ਮਤਲਬ ਹੈਗਾ ਕਿ ਅਰਧਾ ਹਨਾ, ਆਪਾਂ ਇਹ ਨਹੀਂ ਕਹਿ ਸਕਦੇ ਕਿ ਪੂਰੀ ਤਰ੍ਹਾਂ ਸਾਰੀਆਂ ਸ਼ਕਤੀਆਂ ਹੀ ਜਿਹੜੀਆਂ ਹੈਗੀਆਂ ਨੇ ਉਹ ਸਟੇਟਾਂ ਕੋਲ ਆ, ਜਾਂ ਸਾਰੀਆਂ ਸ਼ਕਤੀਆਂ ਹੀ ਜਿਹੜੀਆਂ ਉਹ ਸੈਂਟਰ ਕੋਲ ਆ। ਇਸ ਤਰੀਕੇ ਦਾ ਸਿਸਟਮ ਨਹੀਂ ਹੈਗਾ। ਭਾਰਤ ਦੇ ਵਿੱਚ ਕੀ ਹੈਗਾ, ਫੈਡਰਲ ਸਿਸਟਮ ਆ, ਯਾਨੀ ਸਟੇਟਾਂ ਦੇ ਕੋਲ ਵੀ ਪਾਵਰਸ ਹੈਗੀਆਂ ਨੇ, ਬਟ ਜਿਹੜਾ ਸਟਰੋਂਗ ਹੈਗਾ ਉਹ ਕੀ ਹੈਗਾ ਜੀ, ਸੈਂਟਰ। ਠੀਕ ਹੈ, ਤਾਂ ਸਿੰਪਲ ਇਹ ਆ ਕਿ ਭਾਰਤ ਦੇ ਵਿੱਚ ਜਿਹੜਾ ਹੈਗਾ ਫੈਡਰਲ ਸਿਸਟਮ ਆ, ਫੈਡਰਲ ਸਿਸਟਮ ਵਿਦ ਸਟਰੋਂਗ ਸੈਂਟਰ। ਠੀਕ ਹੈ, ਵਿਦ ਸਟਰੋਂਗ ਸੈਂਟਰ ਮਤਲਬ ਕੇਂਦਰ ਬਹੁਤ ਜ਼ਿਆਦਾ ਸਟਰੋਂਗ ਆ, ਬਟ ਸ਼ਕਤੀਆਂ ਜਿਹੜੀਆਂ ਹੈਗੀਆਂ ਰਾਜਾਂ ਦੇ ਕੋਲ ਵੀ ਆ। ਕਿ ਜਿਹੜਾ ਸਿਸਟਮ ਹੈਗਾ ਅਸੀਂ ਕਿੱਥੋਂ ਅਡਾਪਟ ਕੀਤਾ ਸੀ, ਕੈਨੇਡਾ ਤੋਂ। ਤਾਂ ਜਿਹੜਾ ਭਾਰਤ ਦਾ ਫੈਡਰਲ ਸਿਸਟਮ ਹੈਗਾ, ਇੰਡੀਅਨ ਸੰਘ ਹੈਗਾ, ਉਹ ਕਿਹਦੇ ਨਾਲ ਮੇਲ ਖਾਂਦਾ ਹੈਗਾ, ਕੈਨੇਡਾ ਦੇ ਨਾਲ। ਠੀਕ ਹੈ, ਕੈਨੇਡਾ ਤੋਂ ਹੋਰ ਅਸੀਂ ਕੀ ਅਡਾਪਟ ਕੀਤਾ ਸੀਗਾ ਜੀ, ਤਾਂ ਕੈਨੇਡਾ ਤੋਂ ਜਿਹੜੀ ਚੀਜ਼ ਅਸੀਂ ਅਡਾਪਟ ਕੀਤੀ ਹੈਗੀ ਉਹ ਹੈਗਾ ਫੈਡਰਲ ਵਿਦ ਸਟਰੋਂਗ ਸੈਂਟਰ। ਆਲਰੇਡੀ ਤੁਸੀਂ ਕਰ ਚੁੱਕੇ ਹੋ। ਇੱਕ ਐਡਵਾਈਜ਼ਰੀ ਯੂਰੀਡਿਕਸ਼ਨ, ਠੀਕ ਹੈ, ਸਲਾਹ ਲੈ ਸਕਦਾ ਹੈਗਾ ਰਾਸ਼ਟਰਪਤੀ ਕਿਹਦੇ ਤੋਂ, ਸੁਪਰੀਮ ਕੋਰਟ ਤੋਂ। ਠੀਕ ਹੈ, ਐਡਵਾਈਜ਼ਰੀ ਯੂਰੀਡਿਕਸ਼ਨ, ਯੂਰਿਸਡਿਕਸ਼ਨ ਯਾਨੀ ਕਿ ਸਲਾਹਕਾਰ ਅਧਿਕਾਰ ਖੇਤਰ। ਆਰਟੀਕਲ 143 ਦੇ ਅਕੋਰਡਿੰਗ ਜਿਹੜਾ ਰਾਸ਼ਟਰਪਤੀ ਹੈਗਾ ਉਹ ਸੁਪਰੀਮ ਕੋਰਟ ਤੋਂ ਸਲਾਹ ਲੈ ਸਕਦਾ। ਤੇ ਨਾਲ ਹੀ ਜਿਹੜੀਆਂ ਬਚੀਆਂ ਹੋਈਆਂ ਸ਼ਕਤੀਆਂ ਨੇ ਰੈਜ਼ੀਡੂਅਲ ਪਾਵਰਸ, ਠੀਕ ਹੈ, ਜਿਹੜੀਆਂ ਕਿਸੇ ਵੀ ਜੋ ਸ਼ਕਤੀਆਂ ਦੀ ਵੰਡ ਹੋਈ, ਯੂਨੀਅਨ ਲਿਸਟ ਬਣੀ, ਸਟੇਟ ਲਿਸਟ ਬਣੀ, ਕਨਫਰੈਂਸ ਲਿਸਟ ਬਣੀ, ਤੇ ਜਿਹੜੀਆਂ ਇਹਨਾਂ ਤਿੰਨਾਂ ਲਿਸਟਾਂ ਦੇ ਵਿੱਚ ਵਿਸ਼ੇ ਸ਼ਾਮਲ ਨਹੀਂ ਕੀਤੇ ਗਏ, ਰੈਜ਼ੀਡੂਅਲ ਦੇ ਅੰਦਰ ਰੱਖ ਲਏ ਗਏ। ਠੀਕ ਹੈ, ਰੈਜ਼ੀਡੂਅਲ ਪਾਵਰ ਦੇ ਅੰਦਰ ਰੱਖ ਲਏ ਗਏ ਬਚੀਆਂ ਸ਼ਕਤੀਆਂ ਜਿਹੜੀਆਂ ਕੇਂਦਰ ਦੇ ਕੋਲ ਆ। ਤਾਂ ਉਹ ਵੀ ਆਈਡੀਆ ਅਸੀਂ ਕਿੱਥੋਂ ਲਿਆ, ਕੈਨੇਡਾ ਤੋਂ। ਠੀਕ ਹੈ ਜੀ, ਬਾਕੀ ਜੇ ਅਸੀਂ ਗੱਲ ਕਰੀਏ ਤਾਂ ਰੂਸ ਤਾਂ ਮੈਂ ਆਲਰੇਡੀ ਦੱਸ ਚੁੱਕੀ ਹਾਂ ਕਿ ਜਿਹੜੀ ਸਾਡੇ ਕੋਲ ਰਸ਼ੀਅਨ ਰੈਵੋਲੂਸ਼ਨ ਸੌਰੀ ਜਿਹੜਾ ਰੂਸ ਹੈਗਾ ਉਹ ਤੋਂ ਅਸੀਂ ਕੀ ਅਡਾਪਟ ਕੀਤਾ ਸੀਗਾ। ਤਾਂ ਰੂਸ ਤੋਂ ਅਸੀਂ ਅਡਾਪਟ ਕੀਤਾ ਜੀ ਫੰਡਾਮੈਂਟਲ ਡਿਊਟੀਜ਼। ਠੀਕ ਹੈ, ਫੰਡਾਮੈਂਟਲ ਡਿਊਟੀਜ਼ ਜਿਹੜੀਆਂ ਅਸੀਂ ਲੇਟਰ ਔਨ ਸਾਡੇ ਸੰਵਿਧਾਨ ਦੇ ਵਿੱਚ ਐਡ ਕੀਤੀਆਂ 42ਵੀਂ ਸੋਧ ਦੇ ਰਾਹੀਂ, ਯਾਨੀ ਕਿ ਮੌਲਿਕ ਕਰਤੱਵ। ਤੇ ਨਾਲ ਹੀ ਜਿਹੜੇ 5 ਈਅਰ ਪਲਾਨ, ਐਫਐਫ ਯਾਦ ਕਰ ਲਿਓ, ਐਫਐਫ। ਠੀਕ ਹੈ, 5 ਈਅਰ ਪਲਾਨ, 5 ਸਾਲਾ ਯੋਜਨਾਵਾਂ ਦਾ ਆਈਡੀਆ ਸੀ ਰਸ਼ੀਆ ਤੋਂ ਲਿਆ ਸੀ। ਠੀਕ ਹੈ ਜੀ, ਆਸਟ੍ਰੇਲੀਆ ਤੋਂ। ਤਾਂ ਆਸਟ੍ਰੇਲੀਆ ਤੋਂ ਅਸੀਂ ਕੀ ਲਿਆ ਹੋਇਆ ਜੀ, ਇੱਕ ਤਾਂ ਅਸੀਂ ਲੈਂਗੁਏਜ ਲਈ ਹੋਈ ਹੈ ਸਾਡੀ ਪ੍ਰਸਤਾਵਨਾ ਦੀ। ਠੀਕ ਹੈ, ਪ੍ਰਸਤਾਵਨਾ ਦੀ ਭਾਸ਼ਾ ਅਸੀਂ ਇੱਥੋਂ ਲਈ ਹੈਗੀ ਆ ਕਨਕਰੈਂਟ ਲਿਸਟ। ਤੁਹਾਨੂੰ ਕਲੀਅਰ ਹੋਗਾ, ਮੈਂ ਬਹੁਤ ਵਾਰ ਕਰਾ ਚੁੱਕੀ ਹਾਂ ਕਨਕਰੈਂਟ ਲਿਸਟ। ਠੀਕ ਹੈ, ਕਨਕਰੈਂਟ ਲਿਸਟ ਯਾਨੀ ਕਿ ਸਮਵਰਤੀ ਸੂਚੀ, ਉਹ ਵਿਸ਼ੇ ਜਿਨ੍ਹਾਂ ਦੇ ਉੱਪਰ ਕੇਂਦਰ ਵੀ ਕਾਨੂੰਨ ਬਣਾ ਸਕਦਾ, ਰਾਜ ਸਰਕਾਰ ਵੀ ਕਾਨੂੰਨ ਬਣਾ ਸਕਦੀ ਹੈ। ਠੀਕ ਹੈ, ਤੇ ਨਾਲ ਹੀ ਜੁਆਇੰਟ ਸਿਟਿੰਗ। ਠੀਕ ਹੈ, ਜੁਆਇੰਟ ਸਿਟਿੰਗ ਜਿਹਨੂੰ ਰਾਸ਼ਟਰਪਤੀ ਬੁਲਾ ਸਕਦਾ, ਜਿਹਦੀ ਪ੍ਰਧਾਨਗੀ ਜਿਹੜੀ ਹੈਗੀ ਆ ਉਹ ਸਪੀਕਰ ਕਰੂਗਾ। ਠੀਕ ਹੈ, ਜੁਆਇੰਟ ਸਿਟਿੰਗ, ਸਾਂਝਾ ਅਧਿਵੇਸ਼ਨ। ਜੇ ਰਾਜ ਸਭਾ ਤੇ ਲੋਕ ਸਭਾ ਦੇ ਵਿੱਚ ਕਿਸੇ ਚੀਜ਼ ਨੂੰ ਲੈ ਕੇ ਕੋਈ ਸਪਲਿਟ ਹੁੰਦਾ, ਕਿਸੇ ਟੌਪਿਕ ਦੇ ਉੱਪਰ ਸਪਲਿਟ ਹੁੰਦਾ, ਤਾਂ ਉਸ ਕੇਸ ਦੇ ਵਿੱਚ ਜਿਹੜੀ ਹੈਗੀ ਜੁਆਇੰਟ ਸਿਟਿੰਗ ਬੁਲਾਈ ਜਾਊਗੀ। ਸਾਰੀ ਆਈਡੀਆ ਸੀ ਲਈ ਆਸਟ੍ਰੇਲੀਆ ਤੋਂ। ਠੀਕ ਹੈ ਜੀ, ਤੇ ਫਰਾਂਸ ਮੈਂ ਆਲਰੇਡੀ ਕਰਾ ਚੁੱਕੀ ਹਾਂ ਕਿ ਪਿਲਰ ਆਫ ਡੈਮੋਕ੍ਰੇਸੀ। ਤਿੰਨ ਜਿਹੜੇ ਸ਼ਬਦ ਹੈਗੇ ਆ ਕਿਹੜੇ ਜੀ, ਸਾਡੇ ਕੋਲ ਲਿਬਰਟੀ, ਇਕੁਆਲਿਟੀ ਤੇ ਫ੍ਰੈਟਰਨਿਟੀ, ਅਸੀਂ ਕਿੱਥੋਂ ਲਏ ਹੈਗੇ ਨੇ, ਫ੍ਰੈਂਚ ਰੈਵੋਲੂਸ਼ਨ ਤੋਂ। ਠੀਕ ਹੈ ਜੀ, ਕਲੀਅਰ। ਦੈਨ ਬੇਟਾ 10th ਕੁਐਸਚਨ ਆਪਣੇ ਕੋਲ, ਕੌਣ ਅਨੁਛੇਦ 32 ਦੇ ਅਕੋਰਡਿੰਗ ਰਿਟ ਜਾਰੀ ਕਰ ਸਕਦਾ। ਅਨੁਛੇਦ 32 ਦੇ ਅਕੋਰਡਿੰਗ ਸੁਪਰੀਮ ਕੋਰਟ ਰਿਟ ਜਾਰੀ ਕਰ ਸਕਦੀ ਹੈ। ਤੇ ਅਨੁਛੇਦ 32 ਨੂੰ ਜਿਹੜਾ ਹੈਗਾ ਸੋਲ ਐਂਡ ਹਰਟ ਆਖਿਆ, ਸੋਲ ਐਂਡ ਹਰਟ ਆਫ ਕਨਸਟੀਟਿਊਸ਼ਨ। ਠੀਕ ਹੈ, ਕਿਹਨੇ ਆਖਿਆ ਸੀਗਾ ਇਹ ਜੀ, ਇਹ ਆਖਿਆ ਸੀਗਾ ਸਾਡੇ ਜਿਹੜੇ ਡਾਕਟਰ ਬੀ ਆਰ ਅੰਬੇਦਕਰ ਨੇ। ਠੀਕ ਹੈ, ਡਾਕਟਰ ਬੀ ਆਰ ਅੰਬੇਦਕਰ ਨੇ ਸਾਡੇ ਫੰਡਾਮੈਂਟਲ ਰਾਈਟਸ ਦੀ ਸੋਲ ਐਂਡ ਹਰਟ। ਠੀਕ ਹੈ, ਦਿਲ ਆ ਸਾਡਾ ਜਿਹੜਾ ਹੈਗਾ ਰਿਟ, ਸੌਰੀ ਆਰਟੀਕਲ 32, ਕਿਉਂਕਿ ਸੁਪਰੀਮ ਕੋਰਟ ਰਿਟ ਜਾਰੀ ਕਰ ਸਕਦੀ ਹੈ। ਇਸ ਤੋਂ ਬਿਨਾਂ ਵੀ ਧਿਆਨ ਦੇ ਵਿੱਚ ਰੱਖਿਓ ਕਿ ਜਿਹੜਾ ਸੁਪਰੀਮ ਕੋਰਟ ਆਰਟੀਕਲ 32 ਦੇ ਅਕੋਰਡਿੰਗ ਤੇ ਹਾਈ ਕੋਰਟ ਜਿਹੜੀ ਹੈਗੀ ਆਰਟੀਕਲ 226 ਦੇ ਅਕੋਰਡਿੰਗ ਰਿਟ ਜਾਰੀ ਕਰ ਸਕਦੀ ਹੈ। ਦੋਨੋਂ ਹੀ ਰਿਟ ਜਾਰੀ ਕਰ ਸਕਦੀਆਂ ਹੈਗੀਆਂ। ਕਿਹੜੀਆਂ ਕਿੰਨੇ ਤਰ੍ਹਾਂ ਦੀ ਰਿਟ ਹੈਗੀ ਆ, 5 ਤਰ੍ਹਾਂ ਦੀ ਰਿਟ ਆ। ਮੈਂ ਕਲਾਸ ਵਿੱਚ ਸਾਰੀਆਂ ਰਿਟ ਤੁਹਾਨੂੰ ਡਿਫਾਈਨ ਕਰ ਚੁੱਕੀ ਹਾਂ। ਕਿਹੜੀਆਂ 5 ਹੈਗੀਆਂ ਨੇ ਜੀ, ਹੈਬੀਅਸ ਕਾਰਪਸ। ਠੀਕ ਹੈ, ਹੈਬੀਅਸ ਕਾਰਪਸ, ਸਰਟੀਓਰੇਰੀ, ठीक है, मंडेमस, सब कुछ मैं करा चुकी है। इसे एक तरीके की सिर्फ रिवीजन क्लासेस ने थोड़ी ਜਾਂ ਕੋਈ ਪੁਆਇੰਟਸ ਜਿਹੜਾ ਸਕਿਪ ਹੋ ਗਿਆ ਮੈਂ ਇੱਥੇ ਕਈ ਵਾਰ ਡਿਫਾਈਨ ਕਰ ਦਿੰਦੀ ਹਾਂ ਕਿ ਓਵਰੰਟੋ। ਠੀਕ ਹੈ, ਐਂਡ ਇੱਕ ਰਹਿ ਗਈ ਪ੍ਰੋਹਿਬਿਸ਼ਨ। ਠੀਕ ਹੈ, ਪੰਜਾਬੀ ਦੇ ਵਿੱਚ ਕੀ ਸੀ ਮੈਂ ਤੁਹਾਨੂੰ ਕਲਾਸ ਵਿੱਚ ਕਰਵਾ ਚੁੱਕੀ ਹਾਂ, ਉੱਥੇ ਕਲੀਅਰ ਕਰ ਦਿਓ। देन हैगा बेटा अपने को 11th क्वेश्चन, किस समय के अंदर राष्ट्रपति द्वारा घोषित संकट काल ते संसद दे दोनों सदनां दी मंजूरी लैनी जरूरी हुंदी है। तुहानूं क्लीयर आ
कि राष्ट्रपति जिहड़ा हैगा वो संकट काल की घोषणा कर सकता। आर्टिकल 352 356 ठीक है 360 तीन तरह की जिहड़ी एमरजेंसी हैगी वो भारत दे विच लग सकती है। तो जिहड़ी एमरजेंसी हैगी ਉਹਦੇ ਉੱਪਰ किन्ने समय ਦੇ अंदर जे ਉਹਨੇ ਅੱਜ घोषित कर भी दिता ਤਾਂ ਅੱਜ ਦੀ घोषणा तो 30 दिनों के अंदर अंदर यानी कि 1 महीने के अंदर अंदर जिहड़ा हैगा दोनों सदनां की मंजूरी लैनी जरूरी होगी तां ही जिहड़ा हैगा संकट काल को लागू हो सकता। ठीक है जी आंसर की होगा 1 मंथ। नेक्स्ट क्वेश्चन है बेटा अपने कोल मौजूदा किन्ने मैंबर राष्ट्रपति द्वारा साडे को जिहड़ा है संसद दे विच नामजद कीते जांदे हैं। देखो संसद मतलब पार्लियामेंट ठीक है संसद मतलब पार्लियामेंट। पार्लियामेंट की है साडे कोल बाईकैमरल 2 सदन ने एक हैगा लोक सभा ठीक है एक हैगा राज सभा ठीक है। देखो बेटा 2020 तो पहला जे मैं गल करा 2020 तो पहला ਤਾਂ 2 ਮੈਂਬਰ ਰਾਸ਼ਟਰਪਤੀ ਲੋਕ ਸਭਾ ਦੇ ਵਿੱਚ ਨੋਮੀਨੇਟ ਕਰਦਾ ਸੀ। ਕਿਹੜੇ ਹੁੰਦੇ ਸੀਗੇ ਐਂਗਲੋ ਇੰਡੀਅਨ ਠੀਕ ਹੈ ਤੇ ਰਾਜ ਸਭਾ ਦੇ ਵਿੱਚ 12 ਮੈਂਬਰ ਨੋਮੀਨੇਟ ਹੋ ਰਹੇ ਹੁੰਦੇ ਆ ਸ਼ੁਰੂ ਤੋਂ ਠੀਕ ਹੈ ਜੀ। ਬਟ ਕੀ ਹੋਇਆ 2020 ਦੇ ਵਿੱਚ ਕੀ ਸਿਚੁਏਸ਼ਨ ਹੁੰਦੀ ਹੈ 2020 ਦੇ ਵਿੱਚ 134ਵੀਂ ਸੋਧ ਹੁੰਦੀ ਹੈ 104 ਸੋਧ ਹੁੰਦੀ ਹੈ 2020 ਦੇ ਵਿੱਚ ਤੇ ਉਸ ਸੋਧ ਦੇ ਰਾਹੀਂ ਜਿਹੜੇ 2 ਮੈਂਬਰ ਐਂਗਲੋ ਇੰਡੀਅਨ ਰਾਸ਼ਟਰਪਤੀ ਦੇ ਦੁਆਰਾ ਨਾਮਜ਼ਦ ਕੀਤੇ ਜਾਂਦੇ ਸੀ ਇਹਨੂੰ ਕੀ ਕਰ ਦਿੱਤਾ ਗਿਆ ਖਤਮ ਕਰ ਦਿੱਤਾ ਗਿਆ। ਇਹਦਾ ਮਤਲਬ 2020 ਤੋਂ ਪਹਿਲਾਂ ਤੱਕ ਕਾਫੀ ਬੱਚਿਆਂ ਦਾ ਆਨਸਰ ਹੁੰਦਾ ਸੀ ਕਿ 14 ਟੋਟਲ ਸੰਸਦ ਦੇ 14 ਮੈਂਬਰ ਨੋਮੀਨੇਟ ਕਰਦਾ ਬਟ ਹੁਣ ਕੀ ਸਾਡੇ ਕੋਲ ਆਨਸਰ ਆ ਜੂਗਾ ਕਿ ਹੁਣ ਸਿਰਫ 12 ਮੈਂਬਰ ਜਿਹੜੇ ਰਾਜ ਸਭਾ ਦੇ 12 ਮੈਂਬਰ ਹੈਗੇ ਉਹੀ ਰਾਸ਼ਟਰਪਤੀ ਦੇ ਦੁਆਰਾ ਨਾਮਜ਼ਦ ਕੀਤੇ ਜਾਂਦੇ ਆ ਕਿਉਂਕਿ ਜਿਹੜੇ 2 ਐਂਗਲੋ ਇੰਡੀਅਨ ਨਾਮਜ਼ਦ ਕੀਤੇ ਜਾਂਦੇ ਸੀ ਉਹ ਹੁਣ ਨਹੀਂ ਕੀਤੇ ਜਾਣਗੇ। ਠੀਕ ਹੈ ਜੀ ਕਲੀਅਰ। नेक्स्ट है बेटा अपने को दास कैपिटल की दी पुस्तक ठीक है जी दास कैपिटल की दी पुस्तक तो बेटा दास कैपिटल जिहड़ी हैगी वो कार्ल मार्क्स की पुस्तक कार्ल मार्क्स की होर जिहड़ी पुस्तक हैगी कम्यूनिस्ट मैनीफेस्टो ते एक होर इंपॉर्टेंट हैगी इनऑगरल एड्रेस ठीक है। फ्रेडरिक एंजल दी हैगी पुस्तक रीजन ऑफ फैमिली प्राइवेट प्रॉपर्टी एंड स्टेट ठीक है जी। इत्थे जिहड़े लैलन हैगे ने रशिया दे तां यूएसएसआर भी कह सकते हैं तां इन्हां दी जिहड़ी पुस्तक हैगी वो हैगी स्टेट एंड रेवोल्यूशन ठीक है जी। ते गांधी जी की तुहानू जीवनी पता होगी वो सब तो ज्यादा इंपॉर्टेंट है माई एक्सपेरिमेंट विद ट्रुथ। होर भी काफी ज्यादा पुस्तक ने हरिजन हो गया हिंद स्वराज हो गया बट माई एक्सपेरिमेंट विद ट्रुथ गांधी जी दियां तुहानू ऑलमोस्ट पता होंगियां विद ट्रुथ। नैक्सट क्वेश्चन है बेटा अपने कोल केड़ी कमेटी का संबंध पंचायती राज के नाल नहीं है। इन्हां चों केड़ी कमेटी पंचायती राज के नाल संबंधित नहीं बैठी। ठीक है जी। देखो बलवंत राय मेहता कमेटी ठीक है बैठी सी बहुत इंपॉर्टेंट कमेटी आ कदों बैठती हैगी 1957 ਦੇ ਵਿੱਚ 1957 ਦੇ ਵਿੱਚ बैठती है ਜਿਹਨੇ ਛੱਤੀਆਂ ਦੇ ਕੇਂਦਰੀਕਰਨ ਦੇ ਉੱਪਰ ਜ਼ੋਰ ਦਿੱਤਾ ਪੰਚਾਇਤੀ ਰਾਜ ਸਿਸਟਮ ਬਣਾਉਣ ਦੇ ਉੱਪਰ ਜ਼ੋਰ ਦਿੱਤਾ ਤੇ ਇਹ ਆਖਿਆ ਕਿ ਜਿਹੜਾ 3 ਪੱਧਰੀ ਸਿਸਟਮ ਹੋਊਗਾ ਤੁਹਾਨੂੰ ਸਭ ਨੂੰ ਪਤਾ ਕਿਹੜੇ 3 ਪੱਧਰ ਹੈਗੇ ਨੇ डिस्ट्रिक्ट लैवल सब तो उपर हैगा है ना जिला परिषद आ फिर मध्य दे विच हैगी है जिहड़ी पंचायत समिति जां आपां कह सकदे हां ब्लॉक समिति हैगी है ठीक है मंडल परिषद भी आख्या जांदा 3 लोअर लैवल दे उपर हैगी है पिंडां दे विच ग्राम पंचायत 3 पੱਧਰ होणगे किने आख्या बलवंत राय मेहता कमेटी ने। पंचायत के नाल संबंधित ही बैठी बेटा थंगन कमेटी ते पंचायत के नाल संबंधित ही बैठी गौरजिल कमेटी दोने कमेटियां 1988-99 ਦੇ ਵਿੱਚ बैठदियां ना थंगन कमेटी 99 ਦੇ ਵਿੱਚ अपनी कंप्लीट ਹੁੰਦੀ ਹੈ बट बैठदियां दोने 1988 ईस्वी ਦੇ ਵਿੱਚ ਆ ठीक है। दोनों कमेटियां ने ਜਿਹੜੀ ਚੀਜ਼ ਦੇ ਉੱਪਰ ਕੰਸੈਂਟਰੇਟ ਕੀਤਾ ਜਿਹਦੇ ਉੱਪਰ ਕੰਸੈਂਟਰੇਟ ਕੀਤਾ ਜੀ ਇਹਨਾਂ ਨੇ ਆਖਿਆ ਕਿ ਜਿਹੜੀ ਸਾਡੇ ਕੋਲ ਪੰਚਾਇਤੀ ਰਾਜ ਸਿਸਟਮ ਹੈਗਾ ਪਹਿਲਾਂ ਤੋਂ ਉਹਨੂੰ ਸੰਵਿਧਾਨਕ ਦਰਜਾ ਦਿੱਤਾ ਜਾਵੇ ਠੀਕ ਹੈ। ਸੰਵਿਧਾਨਕ ਦਰਜਾ ਦੇਣ ਦੇ ਉੱਪਰ ਇਹਨਾਂ ਨੇ ਜ਼ੋਰ ਦਿੱਤਾ। ਦਿਨ ਬੇਟਾ ਜਿਹੜਾ ਹੈਗਾ ਸਾਡੇ ਕੋਲ ਲੇਟਰ ਔਨ ਤਾਂ ਹੀ 1992 ਦੇ ਵਿੱਚ ਹੈ ਨਾ ਸਾਡੇ ਕੋਲ 73ਵੀਂ ਤੇ 74ਵੀਂ ਸੋਧ ਆਉਂਦੀ ਹੈ ਕਿ ਸੰਵਿਧਾਨਕ ਦਰਜਾ ਦੇਣ ਦੀ ਗੱਲ ਇਹਨਾਂ ਨੇ ਆਖੀ ਜਿਸ ਚ ਪੰਚਾਇਤੀ ਰਾਜ ਮਿਊਨਿਸਪੈਲਿਟੀ 73ਵੀਂ ਸੋਧ ਦੇ ਰਾਹੀਂ ਪੰਚਾਇਤੀ ਰਾਜ ਨੂੰ ਹੈ ਨਾ 74ਵੀਂ ਸੋਧ ਦੇ ਰਾਹੀਂ ਮਿਊਨਿਸਪੈਲਿਟੀਜ਼ ਨੂੰ ਐਡ ਕੀਤਾ ਗਿਆ ਸੰਵਿਧਾਨ ਦੇ ਵਿੱਚ ਤਾਂ ਇਹਨਾਂ ਨੇ ਸੰਵਿਧਾਨਕ ਦਰਜਾ ਦੇਣ ਦੀ ਗੱਲ ਆਖੀ ਸੀਗੀ।
ਲੇਟਰ ਔਨ ਬੇਟਾ ਇਹਨਾਂ ਨੇ ਇਹ ਵੀ ਆਖਿਆ ਕਿ ਜਿਹੜਾ 5 ਸਾਲ ਕਾਰਜਕਾਲ ਹੋਣਾ ਚਾਹੀਦਾ, 5 ਸਾਲ ਕਾਰਜਕਾਲ ਹੋਵੇ ਇਹਨਾਂ ਦਾ, ਜਿਹੜੀਆਂ ਵੀ ਹੋਣਗੀਆਂ ਨਾ ਕਿ ਗ੍ਰਾਮ ਪੰਚਾਇਤ ਉਹਦਾ ਕਾਰਜਕਾਲ 5 ਸਾਲ ਆ, ਬਲਾਕ ਸਮਤੀ ਦਾ ਕਾਰਜ 5 ਸਾਲ ਆ, ਜ਼ਿਲ੍ਹਾ ਪ੍ਰੀਸ਼ਦ ਦਾ ਕਾਰਜ 5 ਸਾਲ ਆ, ਠੀਕ ਹੈ। ਤੇ ਨਾਲ ਹੀ ਇਹਨਾਂ ਨੇ ਇਹ ਵੀ ਆਖਿਆ ਕਿ ਰਾਜ ਪੱਧਰ ਦੇ ਉੱਪਰ ਵੀ ਜਿਹੜੇ ਵਿੱਤ ਕਮਿਸ਼ਨ ਹੈਗੇ ਆ ਉਹ ਹੋਣੇ ਚਾਹੀਦੇ ਆ, ਫਾਈਨਾਂਸ ਕਮਿਸ਼ਨ ਜਿਹੜੇ ਹੈਗੇ ਉਹ ਰਾਜ ਪੱਧਰ ਦੇ ਉੱਪਰ ਵੀ ਹੋਣ। ਤੇ ਬੇਸਿਕਲੀ ਜਿਹੜੀ ਬੇਟਾ ਗਾਰਜਲ ਕਮੇਟੀ ਸੀਗੀ ਇਹਨੇ ਲੇਟਰ ਔਨ ਜਿਹੜੀਆਂ ਵੀ ਥੰਗਲ ਕਮੇਟੀ ਦੀਆਂ ਤੇ ਇਹਦੀਆਂ ਸੀ ਉਹ ਸਾਂਝੀਆਂ ਸਿਫਾਰਿਸ਼ਾਂ ਸੀਗੀਆਂ, ਬਟ ਗੌਰਜਲ ਕਮੇਟੀ ਨੇ ਇਹ ਵੀ ਲੇਟਰ ਔਨ ਆਖਣਾ ਸ਼ੁਰੂ ਕਰਤਾ ਕਿ ਜਿੱਥੇ ਅਸੀਂ ਐਸਸੀ ਤੇ ਐਸਟੀ ਨੂੰ ਰਿਜ਼ਰਵੇਸ਼ਨ ਦੇਣ ਦੀ ਗੱਲ ਅਸ਼ੋਕ ਮਹਿਤਾ ਕਮੇਟੀ ਪਹਿਲਾਂ ਹੀ ਕਰ ਚੁੱਕੀ ਸੀ। ਅਸ਼ੋਕ ਮਹਿਤਾ ਕਮੇਟੀ ਵੀ ਪੰਚਾਇਤੀ ਰਾਜ ਦੇ ਨਾਲ ਹੀ ਸੰਬੰਧਿਤ ਆ ਤੇ 1977 ਦੇ ਵਿੱਚ ਬੈਠਦੀ ਹੈ, ਮੈਂ ਤੁਹਾਨੂੰ ਪਹਿਲਾਂ ਕਰਵਾ ਚੁੱਕੀ ਹਾਂ ਐਮਸੀਕਿਊਜ਼ ਦੇ ਰਾਹੀਂ ਵੀ। ਇਹਨਾਂ ਨੇ ਆਖਿਆ ਕਿ ਐਸਸੀ ਤੇ ਐਸਟੀ ਨੂੰ ਐਡ ਕੀਤਾ ਜਾਵੇ, ਬਟ ਜਿਹੜੀ ਗੌਰਜਲ ਕਮੇਟੀ ਹੈਗੀ ਇਹਨੇ ਆਖਿਆ ਕਿ ਸਿਰਫ ਐਸਸੀ ਤੇ ਐਸਟੀ ਦਾ ਹੀ ਰਾਖਵਾਂਕਰਨ ਨਾ ਕੀਤਾ ਜਾਵੇ, ਬਲਕਿ ਵਿਮਨਸ ਨੂੰ ਯਾਨੀ ਕਿ ਔਰਤਾਂ ਨੂੰ ਵੀ ਰਿਜ਼ਰਵੇਸ਼ਨ ਦਿੱਤੀ ਜਾਵੇ ਪੰਚਾਇਤਾਂ ਦੇ ਵਿੱਚ, ਠੀਕ ਹੈ। ਤੇ ਇਹਦਾ ਮਤਲਬ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ ਕਿ ਜਿਹੜੀਆਂ 3 ਕਮੇਟੀਆਂ ਨੇ ਇਹ ਤਿੰਨੋਂ ਕਮੇਟੀਆਂ PRI ਯਾਨੀ ਕਿ ਪੰਚਾਇਤੀ ਰਾਜ ਸਿਸਟਮ ਦੇ ਨਾਲ ਡੀਲ ਕਰਦੀਆਂ ਨੇ। ਜਿਹੜੀ ਬਰਮਾ ਕਮੇਟੀ ਹੈਗੀ ਆ 1999 ਦੇ ਵਿੱਚ ਬੈਠਦੀ ਆ ਤੇ ਇਹ ਕਮੇਟੀ ਜਿਹੜੀ ਹੈਗੀ ਆ ਸਾਡੀਆਂ ਫੰਡਾਮੈਂਟਲ ਡਿਊਟੀਜ਼ ਦੇ ਨਾਲ ਰਿਲੇਟ ਕਰਦੀ ਹੈ, ਠੀਕ ਹੈ। ਫੰਡਾਮੈਂਟਲ ਡਿਊਟੀਜ਼ ਦੇ ਨਾਲ ਤੁਹਾਡੇ ਕੋਲ 2 ਕਮੇਟੀਆਂ ਇੰਪੋਰਟੈਂਟ ਹੋਣਗੀਆਂ। ਇਸ ਤੋਂ ਪਹਿਲਾਂ 42ਵੀਂ ਸੋਧ ਦੇ ਰਾਹੀਂ ਜੋ ਐਡ ਕੀਤੀ ਗਈ ਸੀਗੀ ਨਾ ਸਾਡੇ ਕੋਲ ਜੋ 10 ਡਿਊਟੀਜ਼ ਐਡ ਕੀਤੀਆਂ ਗਈਆਂ ਉਹ 10 ਡਿਊਟੀਜ਼ ਸਵਰਨ ਸਿੰਘ ਕਮੇਟੀ ਦੀ ਸਿਫਾਰਿਸ਼ ਤੇ ਕੀਤੀਆਂ ਗਈਆਂ। ਇਸ ਦਾ ਸਵਰਨ ਸਿੰਘ ਕਮੇਟੀ ਵੀ ਪਹਿਲਾਂ ਬੈਠ ਚੁੱਕੀ ਸੀ, ਉਹ ਵੀ ਫੰਡਾਮੈਂਟਲ ਰਾਈਟਸ ਦੇ ਨਾਲ ਰਿਲੇਟਡ ਆ, ਫੰਡਾਮੈਂਟਲ ਡਿਊਟੀਜ਼ ਦੇ ਨਾਲ ਰਿਲੇਟਡ ਆ, ਠੀਕ ਹੈ। ਫੰਡਾਮੈਂਟਲ ਡਿਊਟੀਜ਼ ਦੇ ਨਾਲ ਰਿਲੇਟਡ ਆ ਤੇ ਜਿਹੜੀ ਵਰਮਾ ਕਮੇਟੀ ਹੈਗੀ ਉਹ ਫੰਡਾਮੈਂਟਲ ਡਿਊਟੀਜ਼ ਦੇ ਨਾਲ ਹੀ ਰਿਲੇਟ ਕਰਦੀ ਹੈ, ਠੀਕ ਹੈ ਜੀ। ਇਹਦਾ ਮਤਲਬ ਜਿਹੜੀ ਸਾਡੇ ਕੋਲ ਪੰਚਾਇਤੀ ਰਾਜ ਨਾਲ ਸੰਬੰਧਿਤ ਕਮੇਟੀ ਨਹੀਂ ਹੈਗੀ ਉਹ ਕਿਹੜੀ ਹੈਗੀ ਹੈ ਜੀ ਸਾਡੇ ਕੋਲ ਵਰਮਾ ਕਮੇਟੀ, ਕਿਉਂਕਿ ਫੰਡਾਮੈਂਟਲ ਡਿਊਟੀਜ਼ ਦੀ ਕਮੇਟੀ ਆ। ਕਲੀਅਰ ਬੇਟਾ। ਉਸ ਤੋਂ ਬਾਅਦ ਲਾਸਟ ਕੁਐਸਚਨ ਜਿਹੜਾ ਮੈਂ ਇੱਥੇ ਡਿਸਕਸ ਕਰੂੰਗੀ, ਕਿਹੜਾ ਦੇਸ਼ ਸਭ ਤੋਂ ਆਖਰ ਤੇ 2011 ਦੇ ਵਿੱਚ ਯੂਐਨਓ ਦਾ ਮੈਂਬਰ ਬਣਿਆ। ਯੂਐਨਓ ਬਾਰੇ ਬਹੁਤ ਡਿਫਾਈਨ ਕਲਾਸਾਂ ਮੈਂ ਤੁਹਾਨੂੰ ਦੇ ਚੁੱਕੀ ਹਾਂ ਤੇ ਇੱਥੇ ਮੈਂ ਇੰਨਾ ਟਾਈਮ ਵੇਸਟ ਨਹੀਂ ਕਰੂੰਗੀ। ਮੌਜੂਦਾ ਯੂਐਨਓ ਦੇ 193 ਮੈਂਬਰ ਨੇ, ਹਨਾ। ਤੇ ਇਹਦਾ ਮਤਲਬ ਜਿਹੜਾ ਆਖਰੀ ਮੈਂਬਰ ਆਖਰੀ ਮੈਂਬਰ ਜੋ ਯੂਐਨਓ ਦਾ ਬਣਿਆ ਸੀਗਾ 2011 ਦੇ ਵਿੱਚ ਬਣਿਆ ਸੀ, ਠੀਕ ਹੈ। ਤੇ ਉਹ ਕਿਹੜਾ ਸੀਗਾ ਜੀ? ਸਾਊਥ ਸੁਡਾਨ, ਠੀਕ ਹੈ। ਤਾਂ ਇਹਨਾਂ ਤੁਸੀਂ ਧਿਆਨ ਦੇ ਵਿੱਚ ਰੱਖਣਾ ਕਿ ਜਿਹੜਾ ਲਾਸਟ ਮੈਂਬਰ ਸਾਡੇ ਕੋਲ ਬਣਿਆ ਸੀ 2011 ਦੇ ਵਿੱਚ ਬਣਿਆ ਸੀ, ਐਗਜ਼ੈਕਟ ਤਰੀਕ ਦੀ ਗੱਲ ਕਰਦੇ ਆ ਤਾਂ 14 ਜੁਲਾਈ 2011, ਠੀਕ ਹੈ। ਜਿਹੜਾ ਸਾਡਾ ਸਾਊਥ ਸੁਡਾਨ ਸੀਗਾ ਉਹ 193ਵਾਂ ਦੇਸ਼ ਯਾਨੀ ਕਿ ਲਾਸਟ ਮੈਂਬਰ ਬਣਿਆ। ਫਿਊਚਰ ਦੇ ਵਿੱਚ ਜਿਹੜੇ ਬਣਨਗੇ ਉਹਨਾਂ ਬਾਰੇ ਅਸੀਂ ਅਪਡੇਟ ਜ਼ਰੂਰ ਰਹਾਂਗੇ, ਠੀਕ ਹੈ। ਮੌਲਿਕ ਤੌਰ ਤੇ ਜਦੋਂ ਯੂਐਨਓ ਬਣੀ ਸੀਗੀ ਹੈ ਨਾ ਤਾਂ ਕਦੋਂ ਬਣੀ ਹੈ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸੋ ਕਿ ਕਦੋਂ ਬਣੀ ਸੀਗੀ, ਕਿਹੜਾ ਯੂਐਨਓ ਡੇ ਆ ਜਿਹਨੂੰ ਅਸੀਂ ਸੈਲੀਬ੍ਰੇਟ ਕਰਦੇ ਹੈਗੇ ਆ, ਠੀਕ ਹੈ। ਤੇ ਯੂਐਨਓ ਬਣੀ ਕਦੋਂ ਆ, ਕਿਹੜਾ ਯੂਐਨਓ ਡੇ ਹੈ ਉਹ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਣਾ। ਬਟ ਜਿਹੜਾ ਹੈ ਉਸ ਟਾਈਮ ਤੇ ਕਿੰਨੇ ਮੈਂਬਰ ਸੀਗੇ ਜਦੋਂ ਯੂਐਨਓ ਬਣਦੀ ਹੈਗੀ ਆ? ਸਾਡੇ ਕੋਲ 52 ਮੈਂਬਰ ਸੀ ਜਿਹੜੇ ਮੂਲ ਤੌਰ ਤੇ ਸ਼ਾਮਲ ਸੀ ਤੇ ਮੌਜੂਦਾ 193 ਦੇਸ਼ ਆ ਤੇ 193ਵਾਂ ਦੇਸ਼ ਹੈ ਸਾਊਥ ਸੁਡਾਨ, ਠੀਕ ਹੈ ਜੀ। ਤੇ ਇਸੀ ਬੇਟਾ ਅੱਜ ਦੀ ਕਲਾਸ, ਨੈਕਸਟ ਕਲਾਸ ਦੇ ਵਿੱਚ ਅਗਲੇ MCQ ਲੈ ਕੇ ਮਿਲਾਂਗੇ। ਜੇ ਮੇਰੀਆਂ ਵੀਡੀਓ ਤੁਹਾਡੇ ਹੈਲਪਫੁਲ ਹੋ ਰਹੀਆਂ ਹੈ ਤਾਂ ਵੱਧ ਤੋਂ ਵੱਧ ਸਾਡੇ ਚੈਨਲ ਨੂੰ ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰੋ। ਉਹੀ ਮੇਰੇ ਲਈ ਤੁਹਾਡੀ ਮੋਟੀਵੇਸ਼ਨ ਆ ਜਿਹਦੇ ਲਈ ਮੈਂ ਵੀਡੀਓਜ਼ ਤੁਹਾਨੂੰ ਅਪਡੇਟ ਦਿੰਦੀ ਰਹਿੰਦੀ ਹਾਂ, ਹਨਾ। ਤਾਂ ਜੇ ਤੁਸੀਂ ਕੋਰਸ ਵੀ ਲੈਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਅਕੈਡਮੀ ਦੇ ਨਾਲ ਜੁੜ ਕੇ ਆਪਣੀ ਜਿਹੜੀ ਸਕਸੈਸ ਹੈਗੀ ਉਹ ਪ੍ਰਾਪਤ ਕਰ ਸਕਦੇ ਹੋ। ਥੈਂਕ ਯੂ ਸੋ ਮਚ।